ਸਰ ਇੱਕ ਸੋਰਸ ਕਨਵਰਜਨ ਵਾਲਿਆਂ ਚ ਕਨਫਿਊਜ਼ਨ ਹੈ ਜੀ। ਹਜੇ ਮੈਂ ਨਾ ਸੋਰਸ ਕਨਵਰਜਨ ਵੈਸੇ ਤੁਹਾਨੂੰ ਮੈਂ ਸਿਖਾਈ ਤਾਂ ਨਹੀਂ ਹੈਗੀ ਨਾ, ਤਾਂ ਕੋਸ਼ਿਸ਼ ਕਰਨੀ ਹੈ ਕਿ ਸੋਰਸ ਕਨਵਰਜਨ ਕਦੇ ਵੀ ਲਗਾਉਣੀ ਨਹੀਂ ਹੈਗੀ ਤੁਸੀਂ। ਮੈਂ ਤੁਹਾਨੂੰ ਸਿੰਪਲ ਦੱਸ ਦੂੰ ਵੀ ਸੋਰਸ ਕਨਵਰਜਨ ਹੁੰਦੀ ਕੀ ਹੈ। ਜੀ ਸਰ। ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੋਈ ਇਹੋ ਜਿਹਾ ਕੁਐਸਚਨ ਨਹੀਂ ਹੈ ਜਿਹੜਾ ਸੋਰਸ ਕਨਵਰਜਨ ਤੋਂ ਬਿਨਾ ਹੋ ਨਾ ਸਕੇ। ਬਹੁਤ ਵਾਰੀ ਨਾ ਸੋਰਸ ਕਨਵਰਜਨ ਦੇ ਵਿੱਚ ਕੁਐਸਚਨ ਗਲਤ ਹੋ ਜਾਂਦਾ। ਜੇ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਨਾ ਕਿ ਛੋਟੀ ਐਗਜ਼ਾਮਪਲ ਜਿਵੇਂ ਆ ਮੈਂ ਕਹਿਣਾ ਵੀ ਜੇ ਕਿਸੇ ਰੈਜ਼ਿਸਟੈਂਸ ਦੇ ਵਿੱਚ ਤੁਸੀਂ ਪਾਵਰ ਕੱਢਣੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਇੱਥੇ I²R ਵਾਲਾ ਫਾਰਮੂਲਾ ਲਗਾਇਆ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਇੱਥੇ V ਇਜ਼ ਮਲਟੀਪਲਾਈ ਬਾਈ I ਗਲਤ ਹੈਗਾ ਜਾਂ ਫਿਰ V² ਡਿਵਾਈਡ ਬਾਈ R ਗਲਤ ਹੈ। ਮੈਂ ਇਹ ਬਿਲਕੁਲ ਨਹੀਂ ਕਹਿੰਦਾ ਹੈਗਾ, ਪਰ ਇਹਦੇ ਵਿੱਚ ਗਲਤੀ ਘੱਟ ਚਾਂਸ ਹੋਣ ਦੇ, ਜਿਹੜੇ ਗਲਤੀ ਹੋਣ ਦੇ ਚਾਂਸ ਉਹ ਬਹੁਤ ਘੱਟ ਜਾਂਦੇ ਹੁੰਦੇ ਹੈਗੇ, ਪਰ ਇਹਨਾਂ ਦੇ ਜੀ ਵਿੱਚ ਸਰ। ਚਾਂਸ ਬਹੁਤ ਵੱਧ ਜਾਂਦੇ। ਪਹਿਲਾਂ ਤੁਸੀਂ ਵੋਲਟੇਜ ਨੂੰ ਪਹਿਲਾਂ ਇੱਥੋਂ ਕਰੰਟ ਕੱਢ ਕੇ, ਜਦੋਂ ਕਰੰਟ ਕੱਢ ਲਿਆ ਰੈਜ਼ਿਸਟੈਂਸ ਤੁਹਾਨੂੰ ਪਤਾ ਸਿੱਧਾ ਫਾਰਮੂਲਾ ਲਗਾ ਦਿਓ। ਅਦਰਵਾਈਜ਼ ਤੁਸੀਂ ਕਰੋਗੇ ਪਹਿਲਾਂ ਕਰੰਟ ਕੱਢੋਗੇ, ਫਿਰ ਉਹਦੀ ਵੋਲਟੇਜ ਬਣਾਓਗੇ, ਫਿਰ ਉਸ ਤੋਂ ਬਾਅਦ ਕਿਤੇ ਜਾ ਕੇ V²/R ਬਣਾਓਗੇ। ਤਾਂ ਕੋਸ਼ਿਸ਼ ਇਹ ਕਰੀਦੀ ਹੁੰਦੀ ਹੈ ਵੀ ਜਿਹੜਾ ਵੀ ਸਿੰਪਲ ਮੈਥਡ ਹੋਵੇ, ਜਿਹੜਾ ਮੈਥਡ ਸਿੰਪਲ ਹੋਵੇ, ਛੋਟਾ ਹੋਵੇ, ਅਸੀਂ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰੀਦੀ ਹੁੰਦੀ ਆ। ਉਦਾਂ ਮੈਨੂੰ ਕੁਐਸਚਨ ਭੇਜ ਦਿਓ, ਮੈਂ ਕਨਵਰਜਨ ਦੇ ਕੁਐਸਚਨ ਕਰਵਾ ਦੂੰਗਾ। ਸੋਰਸ ਕਨਵਰਜਨ ਬਾਰੇ ਥੋੜਾ ਜਿਹਾ ਦੱਸ ਦਿੰਨਾਗਾ, ਕਿਉਂਕਿ ਮੈਂ ਆਪਦੀ ਕਿਸੇ ਵੀ ਵੀਡੀਓ ਦੇ ਵਿੱਚ ਸੋਰਸ ਕਨਵਰਜਨ ਦੀ ਗੱਲ ਕੀਤੀ ਨਹੀਂ ਹੋਈ ਹੈਗੀ। ਕਿਸੇ ਵੀਡੀਓ ਦੇ ਵਿੱਚ ਮੈंने ਨਾ ਬਣਾਇਆ ਹੀ ਨਹੀਂ ਹੋਇਆ ਹੈਗਾ ਸੋਰਸ ਕਨਵਰਜਨ। ਹਲਕਾ ਜਿਹਾ ਤੁਹਾਨੂੰ ਮੈਂ ਹਿੰਟ ਜ਼ਰੂਰ ਦੇ ਦਿੰਦਾ ਕਿ ਸੋਰਸ ਕਨਵਰਜਨ ਹੁੰਦੀ ਕੀ ਹੈਗੀ। ਕੋਈ ਵੀ ਜਿਹੜਾ ਸਾਡਾ ਵੋਲਟੇਜ ਸੋਰਸ ਹੁੰਦਾ ਹੈਗਾ, ਹਮੇਸ਼ਾ ਆਪਾਂ ਇਹ ਗੱਲ ਮੰਨ ਕੇ ਚੱਲਦੇ ਆ ਵੀ ਵੋਲਟੇਜ ਸੋਰਸ ਦੇ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਲੱਗੀ ਹੁੰਦੀ ਹੈਗੀ ਹਮੇਸ਼ਾ, ਜਿਹੜੀ ਉਹਦੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈਗੀ। ਇਸ ਨੂੰ ਅਸੀਂ ਆਪਾਂ ਕਨਵਰਟ ਕਰ ਸਕਦੇ ਹੁੰਦੇ ਹਾਂ। ਇੱਕ ਕਰੰਟ ਇਹ ਹੈਗਾ ਵੋਲਟੇਜ ਸੋਰਸ ਜਿਹਦੀ ਇੰਟਰਨਲ ਰੈਜ਼ਿਸਟੈਂਸ ਸੀਰੀਜ਼ 'ਚ ਆ, ਇਹਨੂੰ ਅਸੀਂ ਹਮੇਸ਼ਾ ਕਨਵਰਟ ਕਰ ਸਕਦੇ ਹੁੰਦੇ ਇੱਕ ਕਰੰਟ ਸੋਰਸ ਦੇ ਵਿੱਚ ਜਿਹਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ ਉਹ ਕਾਹਦੇ ਵਿੱਚ ਲੱਗੀ ਹੁੰਦੀ ਹੈਗੀ, ਪੈਰਲਲ ਦੇ ਵਿੱਚ ਲੱਗੀ ਹੁੰਦੀ ਹੈਗੀ। ਉਹਦੀ ਰੈਜ਼ਿਸਟੈਂਸ ਪੈਰਲਲ 'ਚ ਲੱਗੀ ਹੁੰਦੀ ਹੈਗੀ। ਤਾਂ ਇੱਥੇ ਤੁਹਾਡਾ ਕਰੰਟ ਹੈਗਾ, ਇੱਥੇ ਤੁਹਾਡੀ ਰੈਜ਼ਿਸਟੈਂਸ ਹੈਗੀ RN। ਤਾਂ ਤੁਸੀਂ ਕੀ ਕਰਨਾ ਹੁੰਦਾ ਹੈਗਾ, ਜੇ ਮੰਨ ਲਓ ਤੁਹਾਡੇ ਕੋਲੇ ਕੋਈ ਵੀ ਰੈਜ਼ਿਸਟੈਂਸ ਦਿੱਤੀ ਹੋਵੇ, ਪਹਿਲਾਂ ਤਾਂ ਇਹ ਗੱਲ ਯਾਦ ਰੱਖਣੀ ਹੈ ਕਰੰਟ ਸੋਰਸ ਦੇ ਵਿੱਚ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਹੁੰਦੀ ਹੈਗੀ, ਸੀਰੀਜ਼ ਦੇ ਵਿੱਚ ਇੰਟਰਨਲ ਰੈਜ਼ਿਸਟੈਂਸ ਸੀਰੀਜ਼ 'ਚ ਹੁੰਦੀ ਹੈਗੀ। ਸੌਰੀ, ਵੋਲਟੇਜ ਸੋਰਸ ਦੇ ਕੇਸ 'ਚ ਮੰਨ ਲਓ ਹੁਣ ਤੁਹਾਨੂੰ ਵੈਲਿਊ ਦਿੱਤੀਆਂ ਹੋਈਆਂ ਨੇ ਇਹਦੀਆਂ, ਤੁਹਾਨੂੰ ਵੈਲਿਊ ਦਿੱਤੀ ਹੋਈ ਹੈਗੀ ਵੀ ਜਿਹੜਾ ਵੋਲਟੇਜ ਸੋਰਸ ਹੈਗਾ ਤੁਹਾਡਾ ਇਹ ਹੈਗਾ 30 ਵੋਲਟ ਦਾ, ਤੇ ਜਿਹੜਾ ਇੰਟਰਨਲ ਰੈਜ਼ਿਸਟੈਂਸ ਇਹਦੀ ਉਹ ਹੈਗੀ ਆ 2 ਓਮ। ਤੁਸੀਂ ਇਹ ਤੋਂ ਕਰੰਟ ਕੈਲਕੂਲੇਟ ਕਰਨਾ ਤੇ ਇੰਟਰਨਲ ਰੈਜ਼ਿਸਟੈਂਸ ਦੱਸਣਾਗਾ। ਤਾਂ ਇਹ ਕਰੰਟ ਕਿਵੇਂ ਕੈਲਕੂਲੇਟ ਕਰਦੇ ਹੁੰਦੇ ਆ, ਵੋਲਟੇਜ ਨੂੰ ਇਸ ਰੈਜ਼ਿਸਟੈਂਸ ਦੇ ਨਾਲ ਡਿਵਾਈਡ ਕਰਕੇ ਜਿਹੜਾ ਵੀ ਕਰੰਟ ਆ ਗਿਆ ਉਹੀ ਸਾਡਾ ਕਰੰਟ ਸੋਰਸ ਬਣ ਜਾਊਗਾ। ਤਾਂ ਵੋਲਟੇਜ ਸਾਡੀ ਕਿੰਨੀ ਹੈਗੀ ਇੱਥੇ 30 ਵੋਲਟ, ਰੈਜ਼ਿਸਟੈਂਸ ਸਾਡੀ ਕਿੰਨੀ ਹੈਗੀ ਇੱਥੇ 2 ਆ ਗਈ। ਅਸੀਂ ਜਦੋਂ ਕੱਟ ਕੇ ਨਹੀਂ ਦੇਖਾਂਗੇ ਸਾਡੇ ਕੋਲ ਕਿੰਨਾ ਆ ਗਿਆ, 15 ਐਂਪੀਅਰ ਦਾ ਕਰੰਟ ਸੋਰਸ ਆ ਗਿਆ। ਤਾਂ ਇਸ ਕਰੰਟ ਦੀ ਥਾਂ ਤੇ ਅਸੀਂ ਇੱਥੇ ਲਿਖ ਦਾਂਗੇ ਵੀ ਇਹ ਜਿਹੜਾ ਕਰੰਟ ਸੋਰਸ ਆਇਆ ਸਾਡਾ ਕਿੰਨੇ ਦਾ ਆਏਗਾ, 15 ਐਂਪੀਅਰ ਦਾ ਆਏਗਾ, 15 ਐਂਪੀਅਰ ਦਾ। ਤੇ ਰੈਜ਼ਿਸਟੈਂਸ ਤੇ ਅਸੀਂ ਕੁਝ ਨਹੀਂ ਕਰੀਦਾ ਹੁੰਦਾ, ਰੈਜ਼ਿਸਟੈਂਸ ਅਸੀਂ ਐਜ਼ ਇਟ ਇਜ਼ ਲਿਖ ਦਿੰਦੇ ਹੁੰਦੇ 2। ਇਹ ਸਾਡੇ ਕੋਲੇ ਆਪਣਾ ਕਰੰਟ ਸੋਰਸ ਕਨਵਰਟ ਹੋ ਗਿਆ ਸੀ, ਵੋਲਟੇਜ ਸੋਰਸ ਤੋਂ ਕਰੰਟ ਸੋਰਸ ਦੇ ਵਿੱਚ ਕਨਵਰਜਨ ਹੋ ਗਈ। ਜੇ ਆ ਕਰੰਟ ਸੋਰਸ ਦਿੱਤਾ ਹੁੰਦਾ, ਆਪਾਂ ਨੂੰ ਕਰੰਟ ਦਿੱਤਾ ਹੋਵੇ, ਕਿਤੇ ਆਪਾਂ ਨੂੰ ਦਿੱਤਾ ਹੋਵੇ ਇੱਕ ਤੁਹਾਨੂੰ ਕਰੰਟ ਦਿੱਤਾ ਹੋਇਆ ਜੀ, ਇੱਕ ਤੁਹਾਨੂੰ ਉਹਦੇ ਪੈਰਲਲ ਦੇ ਵਿੱਚ ਇੱਕ ਰੈਜ਼ਿਸਟੈਂਸ ਦਿੱਤੀ ਹੋਈ ਹੈ ਜੀ, ਰੈਜ਼ਿਸਟੈਂਸ ਹੈਗੀ ਆ 10, ਕਰੰਟ ਹੈਗਾ 2। ਇਹਨੂੰ ਕਨਵਰਟ ਕਰੋ ਜੀ ਵੋਲਟੇਜ ਸੋਰਸ ਕਨਵਰਜਨ ਦੇ ਵਿੱਚ, ਵੋਲਟੇਜ ਸੋਰਸ ਬਣਾਓ ਇਹਦਾ। ਤਾਂ ਸਾਡੇ ਕੋਲ ਰੈਜ਼ਿਸਟੈਂਸ ਆ, ਸਾਡੇ ਕੋਲ ਕਰੰਟ ਆ। ਵੋਲਟੇਜ ਕਿਵੇਂ ਬਣਦੀ ਹੁੰਦੀ ਹੈ, ਕਰੰਟ ਗੁਣਾ ਰੈਜ਼ਿਸਟੈਂਸ। ਕਰੰਟ ਸਾਡੇ ਕੋਲੇ ਕਿੰਨਾ ਗਾ 2, ਰੈਜ਼ਿਸਟੈਂਸ ਸਾਡੇ ਕੋਲੇ ਕਿੰਨੀ ਆ 10, ਤਾਂ ਸਾਡੇ ਕੋਲੇ ਕਿੰਨੀ ਆ ਗਈ ਵੋਲਟੇਜ 20। ਤਾਂ ਅਸੀਂ ਇੱਥੇ 20 ਵੋਲਟ ਦਾ ਇੱਕ ਵੋਲਟੇਜ ਸੋਰਸ ਬਣਾ ਦਾਂਗੇ ਤੇ ਉਹਦੇ ਸੀਰੀਜ਼ 'ਚ ਲਗਾ ਦਾਂਗੇ ਰੈਜ਼ਿਸਟੈਂਸ ਜਿਹੜੀ ਆ ਪਈ ਹੈਗੀ ਚੱਕ ਕੇ। ਇੰਟਰਨਲ ਰੈਜ਼ਿਸਟੈਂਸ ਕਾਂਸਟੈਂਟ ਰਹਿੰਦੀ ਹੁੰਦੀ, ਇਹ ਚੇਂਜ ਨਹੀਂ ਹੁੰਦੀ। ਏਦਾਂ ਹੀ ਕੁਐਸਚਨਾਂ ਨੂੰ ਸੋਲਵ ਕਰੀਦਾ ਹੁੰਦਾ ਜੀ। ਚਲੋ ਹੁਣ ਇਸ ਤੋਂ ਬਾਅਦ ਦੇਖੋ ਅਗਲੇ ਕੁਐਸਚਨਾਂ ਵੱਲ ਵਧਦੇ ਆਂਗੇ ਆਪਾਂ। ਇੱਕ ਕੁਐਸਚਨ ਹੈ ਜੀ, ਇਹਦਾ ਸਰਕਟ, ਇੱਕ ਸਰਕਟ ਬਣਾਇਆ ਹੋਇਆ ਹੈਗਾ ਨੇ, ਆ ਲਓ ਜੀ, ਆ G ਹੈ ਜੀ, ਇੱਥੇ ਇੱਕ R ਦਿੱਤਾ ਹੋਇਆ ਹੈਗਾ, ਠੀਕ ਹੈ। ਉਹਨੇ ਕੀ ਕਿਹਾ ਹੋਇਆ ਹੈਗਾ, ਕਹਿੰਦਾ ਦਾ ਰੈਜ਼ਿਸਟੈਂਸ R ਇਜ਼ ਇੰਕਰੀਜ਼ਡ। ਆਹ ਰੈਜ਼ਿਸਟੈਂਸ ਹੈਗੀ, ਇਸ R ਦੀ ਵੈਲਿਊ ਅਸੀਂ ਜੇ ਇੰਕਰੀਜ਼ ਕਰਾਂਗੇ, what will be the effect of galvanometer reading if the battery ਦੀ ਇੰਟਰਨਲ ਰੈਜ਼ਿਸਟੈਂਸ ਆ ਜਿਹੜੀ ਸਾਡੀ ਉਹ 0 ਹੋਵੇ। ਕੀ ਆਨਸਰ ਆਊਗਾ ਬੱਚੇ, ਦੱਸਿਓ ਤੁਸੀਂ। ਗਿਵਨ ਦੇ ਦਿੰਦਾ ਮੈਂ ਤੁਹਾਨੂੰ, ਕਈ ਵਾਰੀ ਦੇਖਣ ਦੇ ਵਿੱਚ ਗਲਤੀ ਹੋ ਜਾਂਦੀ। ਉਹਨੇ ਕੀ ਕਿਹਾ ਹੈਗਾ, ਬੈਟਰੀ ਦਿੱਤੀ ਹੋਈ ਹੈ ਜਿਹੜੀ ਸਾਨੂੰ, ਬੈਟਰੀ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਉਹ 0 ਦਿੱਤੀ ਹੋਈ ਹੈਗੀ। ਉਸ ਵੇਲੇ ਪੁੱਛਿਆ ਕੀ ਹੋਇਆਗਾ, ਇਫ R ਇਜ਼ ਇੰਕਰੀਜ਼ਡ, ਜੇ ਇੰਕਰੀਜ਼ ਕਰਾਂਗੇ ਰੀਡਿੰਗ ਆਫ ਗਲਵੈਨੋਮੀਟਰ ਦੱਸਣਾ, ਰੀਡਿੰਗ ਆਫ ਗਲਵੈਨੋਮੀਟਰ।
ਇਹ ਹੈ ਜੀ ਕੁਐਸਚਨ ਸਾਰਾ। ਇਹਨੂੰ ਕੁਐਸਚਨ ਨੂੰ ਆਪਾਂ ਬਾਅਦ ਚ ਕਰਾਂਗੇ, ਪਹਿਲਾਂ ਤੁਸੀਂ ਇਹ ਸੁਣੋ ਵੀ ਜਿਹੜਾ ਆਈਡਲ ਵੋਲਟੇਜ ਸੋਰਸ ਤੁਹਾਨੂੰ ਦੱਸਿਆ ਸੀ, ਆਈਡਲ ਵੋਲਟੇਜ ਸੋਰਸ ਕੀ ਹੁੰਦਾ ਗਾ। ਆਈਡਲ ਵੋਲਟੇਜ ਸੋਰਸ ਕੀ ਹੁੰਦਾ ਗਾ ਵੀ ਸਪੋਜ਼ ਕਰੋ ਤੁਹਾਡੇ ਕੋਲੇ ਇੱਕ ਆਹ ਨਾ ਇੱਥੇ ਵੋਲਟੇਜ ਸੋਰਸ ਆ 10 ਵੋਲਟ ਦਾ। ਆਈਡਲ ਵੋਲਟੇਜ ਸੋਰਸ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੁੰਦੀ ਹੈ ਜੀ, ਬੋਲਿਓ ਜੀ। 0। ਇੱਥੇ ਅਸੀਂ ਲੋਡ ਲਗਾਇਆ ਹੋਇਆ ਗਾ 2 ਓਮ ਦਾ, ਤੇ ਜੇ ਇੱਥੇ ਇੰਟਰਨਲ ਰੈਜ਼ਿਸਟੈਂਸ 0 ਆ ਤਾਂ ਆਪਾਂ ਇੱਥੇ ਚਾਹੇ ਨਾ ਬਣਾਈਏ ਨਾ ਰੈਜ਼ਿਸਟੈਂਸ, ਕੋਈ ਦਿੱਕਤ ਤਾਂ ਹੈ ਨਹੀਂਗੀ, ਤਾਂ ਆਪਾਂ ਸਿੱਧਾ ਜੋੜ ਸਕਦੇ ਹਾਂ ਨਾ, ਇੱਥੋਂ ਆਪਾਂ ਇਹਨੂੰ ਸਿੱਧਾ ਜੋੜ ਸਕਦੇ ਹਾਂ। ਤਾਂ ਜੇ ਮੈਂ ਤੁਹਾਨੂੰ ਪੁੱਛਾਂ ਵੀ ਕਿ ਇਹ ਆਈਡਲ ਵੋਲਟੇਜ ਸੋਰਸ ਆ, ਇਹਦੀ ਇੰਟਰਨਲ ਰੈਜ਼ਿਸਟੈਂਸ ਕੀ ਹੈਗੀ, 0 ਆ, ਚਾਹੇ ਸਾਨੂੰ ਇਹ ਕਹਿ ਦੇ ਵੀ ਆਈਡਲ ਵੋਲਟੇਜ ਸੋਰਸ ਆ, ਚਾਹੇ ਆਈਡਲ ਵੋਲਟੇਜ ਸੋਰਸ ਨਾਲ ਲਿਖੇ ਇਹ ਕਹਿ ਦੇ ਵੀ ਇੰਟਰਨਲ ਰੈਜ਼ਿਸਟੈਂਸ 0 ਆ, ਇੱਕੋ ਹੀ ਗੱਲ ਹੁੰਦੀ ਆ। ਤਾਂ ਦੋਨੇ ਗੱਲਾਂ ਦਾ ਆਪਸ ਦੇ ਵਿੱਚ ਲਿੰਕ ਹੈਗਾ। ਤਾਂ ਇੱਥੇ ਸਾਡੇ ਕੋਲੇ ਕਰੰਟ ਕਿੰਨਾ ਫਲੋ ਹੋਊਗਾ, ਇੱਥੇ ਸਾਡੇ ਕੋਲੇ ਕਰੰਟ ਫਲੋ ਹੋਊਗਾ 10 ਡਿਵਾਈਡ ਬਾਈ 2 = 5 ਐਂਪੀਅਰ ਕਰੰਟ ਫਲੋ ਹੋਊਗਾ। ਜਦੋਂ ਇਹ 5 ਐਂਪੀਅਰ ਕਰੰਟ ਇਸ ਸਰਕਟ ਦੇ ਵਿੱਚ ਲੰਘੇਗਾ, 5 ਐਂਪੀਅਰ ਕਰੰਟ, ਤਾਂ ਇੱਥੇ ਜੇ ਮੈਂ ਵੋਲਟ ਮੀਟਰ ਲਗਾਵਾਂ, ਇੱਥੇ ਵੋਲਟ ਮੀਟਰ ਸਾਡੀ ਰੀਡਿੰਗ ਕਿੰਨੀ ਦੇਵੇਗਾ, ਦੱਸਿਓ ਜੀ। 10 ਵੋਲਟ। ਟੋਟਲ ਵੋਲਟੇਜ ਕਿੰਨੀ ਸੀਗੀ, 10। ਸਾਡੇ ਲੋਡ ਤੱਕ ਵੋਲਟੇਜ ਕਿੰਨੀ ਆ ਗਈ, 10। ਤਾਂ ਹੀ ਤਾਂ ਇਹਨੂੰ ਆਪਾਂ ਆਈਡਲ ਕਹਿੰਦੇ ਆ, ਹੋਰ ਆਈਡਲ ਕਿਉਂ ਕਹਿੰਦੇ ਹੁੰਦੇ ਆਗੇ ਆਪਾਂ। ਤਾਂ ਮੈਂ ਤੁਹਾਨੂੰ ਇੱਕ ਛੋਟਾ ਇਹਦੇ ਵਿੱਚ ਆਪਾਂ ਚੇਂਜ ਕਰ ਦਿਆਂਗੇ, ਇੱਕ ਚੇਂਜ ਕਰ ਦਿਆਂਗੇ। ਚੇਂਜ ਇਹਦੇ ਵਿੱਚ ਕੀ ਕਰ ਦਿਆਂਗੇ ਵੀ ਆਹੀ ਵੋਲਟੇਜ ਸੋਰਸ ਆਹੀ ਰੱਖ ਦਿਆਂਗੇ ਆਪਾਂ। ਰੈਜ਼ਿਸਟੈਂਸ ਮੈਂ ਪਹਿਲਾਂ ਨਾਲ ਵਧਾ ਦਿੰਨਾਗਾ, 5 ਓਮ ਕਰਤੀ, ਵੋਲਟੇਜ ਸੋਰਸ ਇਹੀ ਆ। ਤਾਂ ਮੈਨੂੰ ਦੱਸਿਓ ਬੱਚੇ, ਇੱਥੇ ਮੈਂ ਇੱਕ ਵੋਲਟ ਮੀਟਰ ਲਗਾ ਲਿਆ, ਮੈਨੂੰ ਦੱਸੋ ਇੱਥੇ ਕਰੰਟ ਕਿੰਨਾ ਜਾ ਰਿਹਾ ਹੈਗਾ, ਕਿੰਨਾ ਜਾ ਰਿਹਾ ਕਰੰਟ, ਬੋਲੋ ਬੋਲੋ। 2 ਐਂਪੀਅਰ ਸਰ। 2 ਐਂਪੀਅਰ ਸਰ। 10। ਆਈਡਲ ਵੋਲਟੇਜ ਸੋਰਸ ਕੀ ਹੁੰਦਾ ਹੈਗਾ ਵੀ ਜਿਹਦੇ ਵਿੱਚ ਜਿੰਨੀ ਵੋਲਟੇਜ ਹੋਵੇ, ਸਾਰੀ ਵੋਲਟੇਜ ਉਹ ਕਿਹਨੂੰ ਦਿੰਦਾ ਹੈਗਾ, ਲੋਡ ਨੂੰ ਦਿੰਦਾ ਹੈਗਾ। ਵੀ ਜੇ ਤੁਸੀਂ ਇਸ ਰੈਜ਼ਿਸਟੈਂਸ ਦੀ ਵੈਲਿਊ ਵਧਾਵੋਗੇ, ਜਿੰਨੀ ਕਿ ਰੈਜ਼ਿਸਟੈਂਸ ਦੀ ਵੈਲਿਊ ਵਧੀ ਆ, ਉਨੀ ਕਰੰਟ ਦੀ ਵੈਲਿਊ ਘਟੀ ਹੈਗੀ। ਦੋਨੇ ਆਪਸ ਦੇ ਵਿੱਚ ਮਲਟੀਪਲੀਕੇਸ਼ਨ ਦੇ ਵਿੱਚ ਤਾਂ ਹੈਗੇ ਆ। ਜੇ ਆਪਾਂ ਇੱਥੇ ਕਰੰਟ ਦੀ ਗੱਲ ਕਰ, ਜੇ ਕਰੰਟ ਸਕੁਅਰ ਦੇ ਵਿੱਚ ਹੁੰਦਾ, ਰੈਜ਼ਿਸਟੈਂਸ ਇਦਾਂ ਹੁੰਦੀ, ਫਿਰ ਅਸੀਂ ਕਹਿ ਸਕਦੇ ਸੀ ਵੀ ਇਹਦੇ ਬਦਲਣ ਨਾਲ ਇਹਦਾ ਕੁਝ ਹੋਰ ਹੋਏਗਾ। ਪਰ ਜਿੰਨਾ ਕਿ ਸਾਡੀ ਰੈਜ਼ਿਸਟੈਂਸ ਵੱਧ ਰਹੀ ਹੈਗੀ, ਉਨੇ ਕਿ ਸਾਡਾ ਕਰੰਟ ਘਟ ਰਿਹਾ, ਤਾਂ ਨੈਟ ਜਿਹੜਾ ਪ੍ਰੋਡਕਟ ਆ ਸਾਡਾ ਉਹ ਤਾਂ ਸੇਮ ਹੀ ਰਹੂਗਾ ਨਾ। ਕਿਉਂਕਿ ਇਹ ਕਿਹਦੇ ਵਿੱਚ ਹੈ, ਸਿਰਫ ਔਰ ਸਿਰਫ ਜਿਹੜਾ ਕੇਸ ਆ ਉਹ ਵੈਲਿਡ ਕਿਹਦੇ ਵਿੱਚ ਹੈਗਾ। ਦੇਖੋ ਬੱਚੇ, ਮੈਂ ਬਾਰ-ਬਾਰ ਕਹਿ ਰਿਹਾ ਕਾਹਦੇ ਵਿੱਚ ਵੈਲਿਡ, ਆਈਡਲ ਵੋਲਟੇਜ ਸੋਰਸ ਵੈਲਿਡ ਹੈਗਾ। ਤਾਂ ਇੱਥੇ ਵੀ ਸਾਡੇ ਕੋਲੇ ਕੀ ਹੋਊਗਾ, ਪਹਿਲੀ ਗੱਲ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਗੈਲਵੇਨੋਮੀਟਰ ਕੀ ਬਣੂਗਾ, ਪੈਰਲਲ ਦੇ ਵਿੱਚ ਲੱਗਿਆ ਹੋਇਆ। ਦੂਜੀ ਗੱਲ, ਇਹਦੀ ਰੈਜ਼ਿਸਟੈਂਸ ਸੀਰੀਜ਼ 'ਚ ਲੱਗੀ ਹੋਈ ਹੈਗੀ ਆਹ ਇੱਕ ਰੈਜ਼ਿਸਟੈਂਸ। ਇੱਥੋਂ ਪਤਾ ਲੱਗਦਾ ਵੀ ਗੈਲਵੇਨੋਮੀਟਰ ਦੀ ਸੀਰੀਜ਼ ਜਦੋਂ ਕੋਈ ਰੈਜ਼ਿਸਟੈਂਸ ਲੱਗਦੀ ਹੁੰਦੀ ਹੈ, ਕੀ ਹੈਗਾ, ਇਹ ਸਾਡਾ ਵੋਲਟ ਮੀਟਰ ਹੈਗਾ, ਇਹ ਵੋਲਟ ਮੀਟਰ ਆ। ਤਾਂ ਵੋਲਟ ਮੀਟਰ ਕੀ ਇਹਦੀ ਰੀਡਿੰਗ ਪੜੂਗਾ, ਇਹਦੀ ਵੋਲਟੇਜ ਦੀ ਰੀਡਿੰਗ ਪੜੂਗਾ। ਤਾਂ ਵੋਲਟੇਜ ਜ਼ਿਆਦਾ ਰਾਜੇ ਇੱਥੇ ਕੋਈ ਰੈਜ਼ਿਸਟੈਂਸ ਹੈ ਹੀ ਨਹੀਂ, ਜਿੰਨੀ ਵੋਲਟੇਜ ਇੱਥੇ ਹੈਗੀ ਆ ਸਾਰੀ ਇੱਥੇ ਆਊ, ਹੋਰ ਕਿੱਥੇ ਜਾਊਗੀ। ਕਲੀਅਰ ਹੋਈ ਗੱਲ ਇਹ ਜੀ ਸਰ। ਹੁਣ ਦੂਜਾ ਕੁਐਸਚਨ ਦਾ ਜਵਾਬ ਦਿਓ। ਕਹਿੰਦਾ ਇੱਕ ਵੋਲਟੇਜ ਸੋਰਸ ਆ ਜਿਹਦੀ ਆਪਣੀ ਕੋਈ ਨਾ ਕੋਈ ਫਿਕਸਡ ਇੰਟਰਨਲ ਰੈਜ਼ਿਸਟੈਂਸ ਹੈਗੀ Rn, ਉਹਦੇ ਕ੍ਰਾਸ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈਗੀ। ਜੇ ਮੈਂ ਇਸ ਰੈਜ਼ਿਸਟੈਂਸ ਦੀ ਵੈਲਿਊ ਨੂੰ ਵਧਾਵਾਂ ਤਾਂ ਦੱਸੋ ਜੀ ਵੋਲਟ ਮੀਟਰ ਦੀ ਰੀਡਿੰਗ ਕੀ ਹੋਏਗੀ। ਸੋਚ ਕੇ ਜਵਾਬ ਦੇਣਾ, ਬਿਨਾਂ ਸੋਚੇ ਸਮਝੇ ਨਹੀਂ ਦੇਣਾ ਹੈਗਾ। ਆਪਦੇ ਕੋਲੋਂ ਵੈਲਿਊਜ਼ ਮੰਨ ਕੇ ਕੱਢ ਕੇ ਦੇਖੋ। ਇਸ ਰੈਜ਼ਿਸਟੈਂਸ ਦੀ ਵੈਲਿਊ ਨੂੰ ਕੀ ਕੀਤਾ, ਕਹਿੰਦਾ ਇਸ ਰੈਜ਼ਿਸਟੈਂਸ ਦੀ ਵੈਲਿਊ ਨੂੰ ਵਧਾ ਦੋਗੇ ਪਹਿਲਾਂ ਨਾਲੋਂ। ਇੱਥੇ ਕੋਈ ਨਾ ਕੋਈ ਵੋਲਟੇਜ ਸੋਰਸ ਲੱਗਿਆ ਹੋਇਆ ਹੈਗਾ, ਇੰਟਰਨਲ ਰੈਜ਼ਿਸਟੈਂਸ ਹੈਗੀ ਸਾਡੀ। ਤਾਂ ਇਸ ਵੋਲਟ ਮੀਟਰ ਦੀ ਰੀਡਿੰਗ ਕੀ ਹੋਏਗੀ, ਦੱਸੋ ਰਾਜੇ ਮੈਨੂੰ। ਚਲੋ ਦੇਖੋ, ਇਹਦੇ ਵਿੱਚ ਅਸੀਂ ਵੈਲਿਊਜ਼ ਮੰਨ ਕੇ ਪੁੱਟ ਕਰਕੇ ਪਾਉਂਦੇ ਆਂਗੇ। ਆਪਣੇ ਵੱਲੋਂ ਅਸੀਂ ਇੱਕ ਵੈਲਿਊ ਮੰਨ ਲੈਂਦੇ ਆਂਗੇ, ਇੱਕ ਰੈਜ਼ਿਸਟੈਂਸ ਦੀ ਮੰਨ ਲੈਂਦੇ ਆਂਗੇ, ਇੱਕ ਇੱਥੇ ਵੋਲਟੇਜ ਸੋਰਸ ਦੀ ਮੰਨ ਲੈਂਦੇ ਆਂਗੇ। ਇੱਥੇ ਆ ਲਓ, ਇੱਕ ਕਹਿੰਦਾ ਵੋਲਟੇਜ ਸੋਰਸ ਮੰਨ ਲਿਆ ਵੀ ਇਹ ਵੋਲਟੇਜ ਸੋਰਸ ਹੈਗਾ 20 ਵੋਲਟ ਦਾ। ਇੱਥੇ ਦੀ ਇੰਟਰਨਲ ਰੈਜ਼ਿਸਟੈਂਸ ਆ 2 ਓਮ, ਤੇ ਇੱਥੇ ਅਸੀਂ ਵੈਲਿਊ ਮੰਨ ਲੈਂਦੇ ਹਾਂ 3 ਓਮ ਦੀ। ਤਾਂ ਸਭ ਤੋਂ ਪਹਿਲਾਂ ਜਿਹੜਾ ਇੱਥੇ ਸਾਡੇ ਕੋਲੇ ਕਰੰਟ ਆਇਆ, ਕਰੰਟ ਕਿੰਨਾ ਹੈ, ਛੇਤੀ ਛੇਤੀ ਬੋਲੀ ਜਾਓ ਰਾਜੇ। ਇੱਥੇ ਸਾਡੇ ਕੋਲੇ ਵੋਲਟੇਜ ਕਿੰਨੀ ਆ ਗਈ, 12 ਸਰ। 12 ਆ ਗਈ ਜੀ। ਇੰਨੀ ਗੱਲ ਤਾਂ ਕਲੀਅਰ ਹੋ ਗਈ ਜੀ। ਉਸ ਤੋਂ ਬਾਅਦ ਕੀ ਕਰਨਾ, ਇਸ ਵੈਲਿਊ ਨੂੰ ਕੀ ਕਰਨ ਨੂੰ ਕਿਹਾ ਉਹਨੇ, ਵਧਾਉਣ ਨੂੰ ਕਿਹਾ ਹੈਗਾ। ਹਮੇਸ਼ਾ ਨਾ ਆਪਦੇ ਆਪ ਨਾ ਫਸਿਆ ਕਰੋ, ਹਮੇਸ਼ਾ ਇਹੀ ਜਿਹੀ ਕੋਈ ਵੈਲਿਊ ਲਿਆ ਕਰੋ ਜਿਹੜੀ ਵੈਲਿਊ ਨਾਲ ਆਨਸਰ ਸਾਡਾ ਸਿੰਪਲ ਆਵੇ। ਵਧਾ ਕੇ ਮੈਂ ਕਿੰਨਾ ਕਰਾਂ ਤੈਨੂੰ ਨੂੰ ਦੱਸੋ, ਜਲਦੀ ਬੋਲੋ। 4 ਨਾ ਕਰ ਲਿਓ, 4 ਤੇ 2 6, ਫੇਰ ਨਹੀਂ 20 6 ਤੇ ਜਾਣਾ ਹੈਗਾ।
ਕਿੰਨਾ ਆ ਗਿਆ ਜੀ ਇੱਥੇ? 16 ਸਰ। ਕੌਣ ਕਹਿਆ ਸੀ ਘਟੂਗੀ? ਲੱਗ ਗਿਆ ਪਤਾ ਕੁਛ? ਹਾਂਜੀ ਸਰ। ਰੈਜ਼ਿਸਟਰ ਵਧਾਉਣ ਦੇ ਨਾਲ ਵੋਲਟੇਜ ਵਧੂਗੀ। ਠੀਕ ਹੋ ਗਈ ਜੀ ਇਹ ਕੁਐਸਚਨ। ਹੁਣ ਤੁਹਾਨੂੰ ਪਤਾ ਲੱਗ ਗਿਆ ਕਰਨਾ ਕਿਵੇਂ ਹੁੰਦਾ। ਆਪਦੇ ਵੱਲੋਂ ਰਾਜੇ ਵੈਲਿਊਜ਼ ਮੰਨ ਕੇ ਨਹੀਂ, ਜਦੋਂ ਤੱਕ ਅਸੀਂ ਕੱਢਣ ਲੱਗਾਂਗੇ ਕੁਐਸਚਨਾਂ ਨੂੰ ਉਦੋਂ ਤੱਕ ਸਾਡਾ ਗੁਜ਼ਾਰਾ ਨਹੀਂ ਹੈਗਾ। ਵੈਲਿਊਜ਼ ਮੰਨ ਕੇ ਕੱਢਣ ਲੱਗੋ ਰਾਜੇ ਕੁਐਸਚਨ। ਠੀਕ ਹੈ। ਹਾਂਜੀ ਹਾਂਜੀ ਸਰ। ਇਹਨੂੰ ਦੇਖੀਏ ਜੀ। ਲਓ ਆਹ ਕੁਐਸਚਨ ਹੈ ਰਾਜੇ। ਉਹਨੇ ਕਿਹਾ ਹੈਗਾ ਵੀ ਇਸ ਰੈਜ਼ਿਸਟੈਂਸ ਇੱਥੇ ਕਰੰਟ ਪਤਾ ਕਰਨਾ ਬੱਚੇ। ਇੱਥੇ ਕਰੰਟ ਕਿੰਨਾ ਹੈਗਾ। ਹੁਣ ਇੱਥੇ KCL ਲਗਾਉਣਾ ਸੌਖਾ ਹੈਗਾ ਕਿ KVL ਲਗਾਉਣਾ ਸੌਖਾ, ਇਹ ਦੱਸੋ ਮੈਨੂੰ। KCL ਵਾਸਤੇ ਇੱਥੇ ਦੋ ਨੋਡ, ਇੱਕ ਤਾਂ ਆਹ ਨੋਡ ਦੇ ਵੋਲਟੇਜ ਪਤਾ ਹੋਣੀ ਚਾਹੀਦੀ ਆ ਹਨਾ, ਇੱਕ ਇਹਦੇ ਪਤਾ ਹੋਣੀ ਚਾਹੀਦੀ ਆ। ਕੀ ਕਿਸੇ ਨੋਡ ਦੇ ਉੱਪਰ ਵੋਲਟੇਜ ਪਤਾ ਸਾਨੂੰ ਦੱਸਿਓ ਰਾਜੇ? VA ਜਾਂ VB ਦੇ ਕ੍ਰਾਸ ਕਿਤੇ ਵੋਲਟੇਜ ਪਤਾ ਹੈਗਾ? ਨਹੀਂ ਸਰ। ਸਰ ਸਰ ਬੀ ਤੇ ਪਤਾ ਜੀ, ਬੀ ਤੇ 3 ਵੋਲਟ ਹੈ ਜੀ। BB ਪਤਾ ਰਾਜਾ। ਆਹ ਦੇਖੋ BB ਜਿਹੜਾ 3 ਹੈਗਾ ਆ, ਬਿਨਾਂ ਕਿਸੇ ਰੈਜ਼ਿਸਟੈਂਸ ਤੋਂ, ਇੱਥੇ ਕੋਈ ਰੈਜ਼ਿਸਟੈਂਸ ਤਾਂ ਨਹੀਂ ਹੈਗਾ ਲੱਗਿਆ ਹੋਇਆ, ਸਿੱਧਾ ਜੁੜਿਆ ਹੋਇਆ। ਦੇਖੋ ਪੋਜ਼ਿਟਿਵ ਆ ਕੇ ਇੱਥੇ ਸਿੱਧਾ ਜੁੜ ਗਿਆ। ਇਹਦਾ ਮਤਲਬ ਇੱਥੇ ਇੱਕ ਚੀਜ਼ ਪਤਾ ਲੱਗ ਰਹੀ ਹੈ ਵੀ BB ਦੀ ਵੈਲਿਊ ਕਿੰਨੀ ਹੈਗੀ ਸਾਡੀ? 3 ਵੋਲਟ ਹੈਗੀ। ਇਹ ਗੱਲ ਸਾਨੂੰ ਇੱਥੋਂ ਪਤਾ ਲੱਗ ਰਹੀ ਹੈਗੀ। ਤਾਂ ਕਿਸੇ ਹਿਸਾਬ ਨਾਲ ਜੇ ਸਾਨੂੰ ਆਹ ਪੁਆਇੰਟ ਦੇ ਉੱਪਰ ਵੋਲਟੇਜ ਪਤਾ ਲੱਗ ਜੇ, VA ਦੀ ਵੋਲਟੇਜ ਪਤਾ ਲੱਗ ਜੇ, ਤਾਂ VA ਤੇ VB ਦੇ ਵਿਚਕਾਰ ਜਿਹੜੀ ਰੈਜ਼ਿਸਟੈਂਸ ਲੱਗੀ ਹੋਈ ਹੈਗੀ ਸਾਡੀ, ਤਾਂ ਅਸੀਂ ਕਹਿ ਸਕਦੇ ਹਾਂ ਵੀ ਇੱਕ ਵੋਲਟੇਜ ਦੇ ਵਿੱਚ ਜੇ ਦੂਜੀ ਵੋਲਟੇਜ ਮਾਈਨਸ ਕਰਾਂਗੇ, ਡਿਵਾਈਡ ਬਾਈ ਰੈਜ਼ਿਸਟੈਂਸ ਕਰਾਂਗੇ, ਇੱਥੇ ਸਾਨੂੰ ਕਰੰਟ ਪਤਾ ਲੱਗ ਜਾਊਗਾ। ਰੈਜ਼ਿਸਟੈਂਸ ਪਤਾ ਇਹਦਾ ਮਤਲਬ ਕੀ ਹੈ? VA ਕੱਢਣੀ ਆ ਹੁਣ ਅਸੀਂ। ਤਾਂ ਆਹ VA ਕਿਵੇਂ ਕੱਢ ਸਕਦੇ ਹਾਂ? ਚਲੋ ਇਹ ਦੱਸੋ ਫਿਰ ਹੁਣ। KCL ਲਗਾ ਕੇ, ਹਾਂਜੀ ਕੱਢ ਸਰ। ਲਈਏ ਰਾਜੇ। ਹਾਂਜੀ ਸਰ। KCL ਲਗਾ ਆ ਕੇ BB ਦੀ ਵੈਲਿਊ 3 ਵੋਲਟ ਮੰਨ ਲਈਏ, ਤੇ ਇਹਨੂੰ ਆਪਾਂ ਲਗਾਉਣੇ ਹਾਂਜੀ ਆ ਸਰ। KCL ਲਗਾਉਣੇ ਆ ਰਾਜੇ ਆਪਾਂ ਇੱਥੇ। ਆ ਲਓ। ਵੈਸੇ ਇੱਕ ਹੋਰ ਤਰੀਕਾ ਵੀ ਹੈਗਾ KCL ਤੋਂ ਪਹਿਲਾਂ, ਪਰ ਮੈਂ ਫੇਰ ਵੀ ਤੁਹਾਨੂੰ ਚਲੋ KCL ਸਿਖਾ ਦਿੰਨਾਗਾ। ਪਹਿਲਾਂ KCL ਕਹਿੰਦਾ ਹੈਗਾ ਵੀ ਪਹਿਲਾਂ ਸਾਰੇ ਕਰੰਟਾਂ ਨੂੰ ਆ ਬਾਹਰਲੇ ਪਾਸੇ ਮੰਨ ਲਓ ਤੁਸੀਂ। ਪਹਿਲਾਂ ਤਾਂ ਕਰੰਟ ਆ ਲਿਖਣਾ ਬੱਚੇ। ਆਹ ਕਰੰਟ ਤੁਹਾਨੂੰ ਦਿੱਤਾ ਹੀ ਹੋਇਆਗਾ, ਤਾਂ ਸਿੱਧਾ V/R ਵਾਲੀ ਫਾਰਮ ਦੇ ਵਿੱਚ ਲਿਖਣ ਦੀ ਲੋੜ ਨਹੀਂ, ਤੁਹਾਨੂੰ ਸਿੱਧਾ ਕਰੰਟ ਲਿਖ ਲਓਗੇ ਤੁਸੀਂ। ਅਸੀਂ ਕੀ ਮੰਨਿਆ ਵੀ ਕਰੰਟ ਜਾ ਰਿਹਾ ਬਾਹਰ ਨੂੰ ਹਨਾ, ਇਧਰ ਮੰਨਿਆ ਨਾ ਕਰੰਟ। ਆ ਪਹਿਲਾਂ ਸਾਰੇ ਕਰੰਟ, ਜਿਹੜੀ ਨੋਡ ਤੇ ਕਰੰਟ ਵੋਲਟੇਜ ਕੱਢਣੀ ਹੁੰਦੀ ਉੱਥੋਂ ਸਾਰੇ ਕਰੰਟ ਬਾਹਰ ਨੂੰ ਮੰਨਣੇ ਹੁੰਦੇ ਆ, ਤਾਂ ਅਸੀਂ ਮੰਨਿਆ ਹੋਇਆ ਬਾਹਰ ਨੂੰ। ਪਰ ਆਹ ਕਰੰਟ ਸੋਰਸ ਕੀ ਕਹਿੰਦਾ ਹੈਗਾ ਵੀ ਕਰੰਟ ਕਿੱਧਰ ਨੂੰ ਜਾ ਰਿਹਾ? ਮੇਰਾ ਉੱਪਰ ਨੂੰ ਜਾ ਰਿਹਾ। ਤਾਂ ਪਲੱਸ ਦਾ ਲਿਖਾਂਗੇ, ਮਾਈਨਸ ਦਾ ਲਿਖਾਂਗੇ, 6 ਮਾਈਨਸ ਦਾ। ਹੁਣ ਬੱਚੇ ਜਿਹੜਾ ਆਹ ਬ੍ਰਾਂਚ ਹੈਗੀ, ਇਹਦੇ ਇੱਥੇ ਵੋਲਟੇਜ ਕਿੰਨੀ ਹੈ? VA। ਇੱਥੇ ਵੋਲਟੇਜ ਕਿੰਨੀ ਹੈ? ਸਾਰੀ ਰੈਫਰੈਂਸ ਨੋਡ ਹੈ ਨਾ ਸਾਡੀ, 0 ਨਿਊਟਰਲ। ਤਾਂ ਪਲੱਸ ਲਿਖਾਂਗੇ ਆਪਾਂ VA ਮਾਈਨਸ 0/1। ਇਧਰਲੇ ਪਾਸੇ ਕੀ ਲਿਖਾਂਗੇ ਅਸੀਂ? VA ਤੇ VB। VA ਮਾਈਨਸ VB ਡਿਵਾਈਡ ਬਾਈ ਰੈਜ਼ਿਸਟੈਂਸ ਕਿੰਨੀ ਹੈ? 2 ਇਜ਼ ਇਕੁਅਲ ਟੂ 0। ਤਾਂ ਲਓ ਜੀ, -6 ਪਲੱਸ VA ਪਲੱਸ ਆਹ VA ਦੀ ਥਾਂ ਤੇ ਕੀ ਲਿਖ ਸਕਦੇ ਹਾਂ ਜੀ? ਆਹ VA/2 ਲਿਖ ਲਿਆ, ਮਾਈਨਸ VB ਦੀ ਥਾਂ ਤੇ 3 ਲਿਖ ਸਕਦੇ 3/2 0। ਤਾਂ ਜੋੜ ਲੈਣੇ ਇਹਨਾਂ ਨੂੰ ਆਪਾਂ। ਹੁਣ VA ਨੂੰ ਅੱਡ ਜੋੜ ਲੈਣੇ ਆਗੇ। ਆਹ ਅੱਧਾ VA ਹੈਗਾ, ਆਹ ਇੱਕ VA ਆ ਪੂਰਾ। ਕਿੰਨਾ ਹੋ ਗਿਆ? 1.5 VA ਹੋ ਗਿਆ। ਤਾਂ ਮਤਲਬ -6 ਪਲੱਸ 1.5 VA 1.5 ਹੋ ਗਿਆ। ਸਹੀ ਹੈ ਕਿ ਗਲਤ ਆ ਬੱਚੇ? ਇੱਕ ਤੇ ਅੱਧਾ ਮਾਈਨਸ ਠੀਕ ਹੈ ਜੀ। -3/2 ਇਜ਼ ਇਕੁਅਲ ਟੂ 0। ਆ ਵੀ ਕਿੰਨਾ ਹੈਗਾ ਸਾਡਾ? 1.5 ਆਗਾ ਨਾ ਵੀ। ਚਲੋ ਕੋਈ ਗੱਲ ਨਹੀਂ, ਆ ਲਓ ਆ ਵੀ 1.5 ਹੈਗਾ। 3/2 ਦੀ ਵੈਲਿਊ 1.5 ਹੁੰਦੀ ਹੈਗੀ। ਅੱਗੇ ਚੱਲਦੇ ਆਂਗੇ ਇਸ ਤੋਂ ਬਾਅਦ ਆਪਾਂ। ਹੁਣ ਦੇਖੋ ਰਾਜੇ, ਇਹਨੂੰ ਤੇ ਇਹਨੂੰ, ਇਹ ਮਾਈਨਸ ਮਾਈਨਸ ਕੀ ਹੋ ਜਾਣਗੇ? ਪਲੱਸ ਹੋ ਜਾਣਗੇ। ਕਿੰਨਾ ਹੋ ਜਾਊਗਾ? 6 ਤੇ 7.5 ਹੋ ਜਾਊਗਾ। ਆਪਾਂ VA ਕੱਢਣਾਗਾ ਤਾਂ ਇਹਨੂੰ ਉਧਰ ਲੈ ਜਾਓ ਜੀ। ਤਾਂ 1.5 VA ਇਜ਼ ਇਕੁਅਲ ਟੂ, ਇਹ ਮਾਈਨਸ ਦਾ ਨਾ ਉਧਰ ਜਾ ਕੇ ਹੋ ਜਾਊਗਾ ਪਲੱਸ ਦਾ। ਤਾਂ VA ਦੀ ਵੈਲਿਊ ਹੋ ਜਾਊਗੀ ਸਾਡੀ 7.5 ਡਿਵਾਈਡ ਬਾਈ 1.5 ਦੇ ਥੱਲੇ ਚਲ ਜਾਊਗਾ। ਇੱਥੋਂ ਸਾਡੇ ਕੋਲ ਕੱਟ ਕੇ 15 5 75 5 ਆ ਜਾਊਗਾ ਜੀ। ਤਾਂ VA ਦੀ ਵੈਲਿਊ ਕਿੰਨੀ ਆ ਗਈ ਸਾਡੀ? 5 ਵੋਲਟ। ਹੁਣ ਆ ਜਾਓ ਜੀ ਉੱਪਰਲੇ ਪਾਸੇ। ਇਹਦਾ ਕਰੰਟ ਕਿੱਥੇ ਲਿਖਿਆ ਸੀ? ਆਹ ਬ੍ਰਾਂਚ ਦਾ ਕਰੰਟ ਇੱਥੇ। ਤਾਂ 5 ਮਾਈਨਸ 3 ਡਿਵਾਈਡ ਬਾਈ 2। 5 ਮਾਈਨਸ 3 ਮਤਲਬ 2/2। ਕਿੰਨਾ ਕਰੰਟ ਆ? 1 ਐਂਪੀਅਰ। ਕਿੱਧਰ ਨੂੰ ਆ? ਜਿੱਧਰ ਨੂੰ ਅਸੀਂ ਮੰਨਿਆ ਹੋਇਆ, ਕਿਉਂਕਿ ਪੋਜ਼ਿਟਿਵ ਹੈ ਤਾਂ 1 ਐਂਪੀਅਰ ਕਰੰਟ ਹੈ ਇੱਥੇ।
ਦੇਖ ਲੈਣ ਦਿਓ ਮੈਨੂੰ ਇਹਦਾ ਆਨਸਰ 124 ਦਾ ਆਨਸਰ ਤੁਹਾਡੇ ਜੀਵੀ ਗੁਪਤਾ ਦੇ ਕੁਐਸਚਨ ਕਰਵਾ ਲੈਣਾ ਜੀ। ਬੀ ਆਨਸਰ ਹੈਗਾ। ਠੀਕ ਹੋ ਗਈ ਜੀ ਗੱਲ ਇਹ। ਕਿਸੇ ਨੂੰ ਨਹੀਂ ਕੁਝ ਪਤਾ ਲੱਗਿਆ ਪੁੱਛੋ। ਸਰ ਇਕੁਏਸ਼ਨ ਦੁਬਾਰਾ ਦੱਸਿਓ ਇੱਕ ਵਾਰ। ਇਕੁਏਸ਼ਨ ਦੁਬਾਰਾ ਇਕੁਏਸ਼ਨ ਰਾਜੇ ਹੁਣ KCL ਨਹੀਂ ਪੜ੍ਹੀ ਹੈਗੀ ਨਾ ਤੁਸੀਂ। ਇਕੁਏਸ਼ਨ ਦੁਬਾਰਾ ਤਾਂ ਬਸ ਇਹੀ ਹੈਗੀ ਰਾਜੇ। ਹੁਣ ਜਿਹੜਾ ਹੁਣ ਕਰੰਟ ਲਿਖਣਾ ਹੁੰਦਾ ਨਾ ਆਪਾਂ ਕਹਿੰਦੇ ਸਮ ਆਫ ਆਲ ਕਰੰਟ I1 ਪਲੱਸ I2 ਪਲੱਸ I3 ਇਜ਼ ਇਕੁਅਲ ਟੂ 0। 0 ਹਾਂਜੀ ਹਾਂਜੀ ਇਹ ਤਾਂ ਕਲੀਅਰ ਹੈ। ਆਹ ਜਿਹੜਾ ਕਰੰਟ ਹੈਗਾ -6 ਇਸ ਬ੍ਰਾਂਚ ਦੇ ਵਿੱਚ ਅਸੀਂ ਕਰੰਟ ਬਾਹਰ ਨੂੰ ਮੰਨਿਆ ਸੀ, ਇਹਨੇ ਉੱਪਰ ਨੂੰ ਦਿੱਤਾ ਗਾ ਤਾਂ ਕਰਕੇ ਮਾਈਨਸ ਲਗਾ ਲਿਆ। ਆਹ ਬ੍ਰਾਂਚ ਹੈ ਜਿਹੜੀ ਸਾਡੀ, ਇਹਦੀ ਪੂਰੀ ਵੋਲਟੇਜ VA ਦੀ ਵੋਲਟੇਜ ਇਹਦੀ ਵਿਦ ਰਿਸਪੈਕਟ ਟੂ ਇਹਦੇ ਹੇਠਾਂ ਅਸੀਂ ਰੈਫਰੈਂਸ ਮੰਨਦੇ ਹੁੰਦੇ ਆ। ਤਾਂ VA -0 ਇਜ਼ ਇਕੁਅਲ ਟੂ 1 ਆ ਗਿਆ। -0 ਇੱਥੇ ਲਿਖੀ ਹੋਈ ਹੈ, ਚਾਹੇ ਲਿਖੋ ਚਾਹੇ ਨਾ ਲਿਖੋ, -0 ਤਾਂ ਲਿਖਣ ਦੀ ਲੋੜ ਨਹੀਂ। ਪਲੱਸ ਜਿਹੜਾ ਤੀਜਾ ਕਰੰਟ ਆ ਉਹ ਕੀ ਹੈਗਾ ਇੱਕ ਮਿੰਟ VA -VB ਡਿਵਾਈਡ ਬਾਈ 2 ਆ ਲਿਖਿਆ ਹੈਗਾ। ਏਦਾਂ ਕੱਢਿਆ ਬੱਚੇ, ਇਕੁਏਸ਼ਨ ਨੂੰ ਸੋਲਵ ਕੀਤਾ ਹੈਗਾ। ਹੋਊਗੀ ਤਾਂ ਯਾਰ, ਜੇ ਤੁਸੀਂ ਵੀਡੀਓ ਤੁਹਾਨੂੰ KCL ਦੀ ਵੀਡੀਓ ਤਾਂ ਦੇਖਣੀ ਪਊਗੀ, ਕਿਉਂਕਿ ਬੱਚੇ ਉਹ ਵੀਡੀਓ ਅੱਧੇ ਘੰਟੇ ਦੀ ਵੀਡੀਓ ਹੈਗੀ। ਹੁਣ ਅੱਧੇ ਘੰਟਾ ਮੈਂ ਜੇ ਇਹਦੇ ਉੱਪਰ ਫੇਰ ਲਗਾਤਾ ਕੁਐਸਚਨ ਦੇ ਉੱਪਰ, ਤਾਂ 2 ਦਿਨ ਮੈਂ ਜਿਹੜੀ ਕੱਲ ਦਾ ਦਿਨ ਜਿਹੜਾ ਮਿਸ ਮਾਰਿਆ ਉਹਦਾ ਕੀ ਫਾਇਦਾ ਹੋਇਆ ਫਿਰ। ਸਾਨੂੰ ਇੱਥੇ ਦਾ ਕਰੰਟ ਪਤਾ 6, ਇੱਥੇ ਸਾਨੂੰ ਇਹ ਪਤਾ ਵੀ ਇੱਥੇ ਕਰੰਟ ਕਿੰਨਾ ਗਾ। ਇੱਥੇ ਪਤਾ ਵੀ ਤਾਂ 3 ਵੋਲਟ ਹੈਗੀ, 3 ਨੂੰ 3 ਨਾਲ ਕਰਾਂਗੇ, ਇੱਥੇ ਕੰਪੇਅਰ ਕਰੰਟ ਆ, ਪਰ ਇੱਕ ਕੰਪੇਅਰ ਇੱਥੋਂ ਕਿੰਨਾ ਆਇਆ ਇੱਥੋਂ ਕਿੰਨਾ ਆਇਆ ਇਹ ਨਹੀਂ ਪਤਾ ਲੱਗਣਾ ਹਨਾ। ਇਹਦੇ ਵਿੱਚ ਦਿੱਕਤ ਪਤਾ ਕੀ ਹੋ ਗਈ ਬੱਚੇ ਨੇ, ਜਿਹੜਾ 6 ਅੰਪੇਅਰ ਦਾ ਹੈਗਾ ਜਿਹੜਾ ਕਰੰਟ ਸੋਰਸ ਆ, ਇਹਦੇ ਕ੍ਰਾਸ ਕੋਈ ਨਾ ਕੋਈ ਵੋਲਟੇਜ ਡ੍ਰੌਪ ਹੁੰਦਾਗਾ। ਹੁੰਦਾ ਯਾਦ ਰੱਖਣਾ ਗਾ ਇਹ। ਹੁਣ ਪਤਾ ਮੇਰਾ ਦਿਮਾਗ ਤਾਂ ਪਹਿਲਾਂ ਇਹ ਕਹਿੰਦਾ ਸੀਗਾ, ਮੈਂ ਚੰਗੀ ਤਰ੍ਹਾਂ ਕੁਐਸਚਨ ਨੂੰ ਪੜ੍ਹਿਆ ਨਹੀਂ ਸੀਗਾ, ਵੀ ਜੇ 6 ਨੂੰ ਆਪਾਂ 4 ਨਾਲ ਗੁਣਾ ਕਰ ਦਈਏ ਇੱਥੇ 24 ਵੋਲਟ ਆ ਜਾਊਗਾ। ਇਹ ਗੱਲ ਤਾਂ ਸਹੀ ਆ ਨਾ। ਹਾਂਜੀ ਸਰ। 24 ਵੋਲਟ ਆ, ਤਾਂ ਕੀ ਤੁਸੀਂ ਇਹ ਕਹਿ ਸਕਦੇ ਹੋਗੇ ਬੱਚੇ ਵੀ ਇੱਥੋਂ ਲੈ ਕੇ ਇੱਥੇ ਤੱਕ ਆ ਦੇਖਿਓ, ਜਿਹੜਾ ਆਹ ਹੈਗਾ ਇੱਥੋਂ ਲੈ ਕੇ ਇੱਥੇ ਤੱਕ, ਇਹ ਪੂਰੇ ਸਰਕਟ ਦੇ ਵਿੱਚ ਇੰਨੇ ਦੇ ਵਿੱਚ 24 ਵੋਲਟ ਆ, ਕਹਿ ਸਕਦੇ ਹੋਗੇ? ਹਾਂਜੀ ਸਰ। ਹਾਂਜੀ ਸਰ। ਨਹੀਂ ਕਹਿ ਸਕਦੇ ਬੱਚੇ। ਸਰ ਟੋਪ ਹੋ ਗਿਆ ਹਾਂਜੀ। ਕਿਉਂ ਨਹੀਂ ਕਹਿ ਸਕਦੇ ਦੱਸਿਓ? ਤਾਂ ਡ੍ਰੌਪ ਹੋਊਗਾ। ਕਿੱਥੇ ਹੋਊਗਾ ਡ੍ਰੌਪ ਦਾ ਬਣਾ? ਸਰ ਕਰੰਟ ਸੋਰਸ ਬਿਲਕੁਲ ਸਰ 4 ਓਮ ਦੇ ਕ੍ਰੋਸ ਹੋਊਗਾ ਜੀ ਤਾਂ ਜੀ ਬੱਚੇ। ਹਾਂ ਇਹ ਇਕੱਲਾ 4 ਓਮ ਦੇ ਕ੍ਰਾਸ ਆ ਜਿਹੜਾ ਆਹ ਨਾ, ਇਹਦੀ ਸਾਨੂੰ ਇੰਟਰਨਲ ਰੈਜ਼ਿਸਟੈਂਸ ਤਾਂ ਪਤਾ ਨਹੀਂ ਵੀ ਕਿੰਨੀ ਹੈਗੀ। ਇਹਦੇ ਕ੍ਰਾਸ ਵੀ ਕੋਈ ਨਾ ਕੋਈ ਵੋਲਟੇਜ ਤਾਂ ਹੋਊਗੀ, ਤਾਂ ਉਹ ਵੋਲਟੇਜ ਦੇ ਵਿੱਚ ਜੁੜੂਗੀ, ਫੇਰ ਕਿਤੇ ਜਾ ਕੇ ਗੱਲ ਬਣੂਗੀ। ਇਹਦਾ ਮਤਲਬ ਇਹ ਕੁਐਸਚਨ ਨੂੰ ਨਹੀਂ ਹੋ ਸਕਦਾ ਰਾਜੇ, ਸਿੱਧਾ ਨਹੀਂ ਹੋ ਸਕਦਾ ਹੈਗਾ ਇਹ, ਕਿਉਂਕਿ ਇੱਥੇ ਤਾਂ ਸਾਨੂੰ ਵੋਲਟੇਜ, ਇੱਥੇ ਤੁਹਾਨੂੰ ਕਰੰਟ ਪਤਾ ਲੱਗ ਗਿਆ, ਪਰ ਇੱਥੇ ਕਰੰਟ ਕਿਵੇਂ, ਇੱਥੇ ਕਿਹੜਾ ਸਾਨੂੰ ਇੱਥੇ ਵੋਲਟੇਜ ਨਹੀਂ ਪਤਾ ਲੱਗਣੀ, ਕਿਵੇਂ ਪਤਾ ਲੱਗੂਗੀ? ਨਹੀਂ ਕਰ ਸਕਦੇ ਹੈਗੇ। ਉਹਦਾ ਮਤਲਬ KCL ਤਾਂ ਲਗਾਉਣੀ ਹੀ ਪਊਗੀ ਬੱਚੇ, KCL ਹੀ ਲਗਾਉਣੀ ਪਊਗੀ। ਦੂਜਾ ਵੈਸੇ ਸੁਪਰਪੋਜੀਸ਼ਨ ਥਿਊਰਮ ਜੇ ਮੈਂ ਤੁਹਾਨੂੰ ਕਹਾਂ ਤਾਂ ਸਿਖਾ ਦਿੰਨੇ ਆ ਹੁਣੇ। ਸੁਪਰਪੋਜੀਸ਼ਨ ਥਿਊਰਮ ਸਿੱਖੀਏ ਜੀ, ਲਓ ਰਾਏ ਜਿਹਨਾਂ ਨੇ ਨਹੀਂ ਕੀਤੀ ਸੁਪਰਪੋਜੀਸ਼ਨ ਥਿਊਰਮ ਦੇਖੋ। ਸੁਪਰਪੋਜੀਸ਼ਨ ਥਿਊਰਮ ਨਾਲ ਕੁਐਸਚਨ ਨਾ ਬਹੁਤ ਸੌਖੇ ਹੋ ਜਾਂਦੇ ਹੁੰਦੇ ਹੈਗੇ। ਇਹਦੋਂ ਬਾਅਦ ਜਿਹੜਾ ਤਪਨ ਜੀ ਨੇ ਕੁਐਸਚਨ ਭੇਜਿਆ ਹੋਇਆਗਾ ਉਹ ਕਰਾਂਗੇ। ਜਿਹੜਾ ਉਹ ਕਹਿੰਦੇ ਸੀਗੇ ਵੀ ਬੱਲਬ ਵਾਲੇ ਕੁਐਸਚਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਥੋੜੀ, ਫਿਰ ਉਹ ਕਰ ਪਾਵਾਂਗੇ ਤੈਨੂੰ। ਬੱਲਬ ਵਾਲਾ ਕੁਐਸਚਨ ਥੋੜਾ ਜਿਹਾ ਟੌਪਿਕ ਉਹ ਛੇੜਾਂਗੇ ਆਪਾਂ। ਉਸ ਤੋਂ ਪਹਿਲਾਂ ਸੁਪਰਪੋਜੀਸ਼ਨ ਥਿਊਰਮ ਕਰਵਾਉਣ ਲੱਗਿਆਗਾ। ਸੁਪਰਪੋਜੀਸ਼ਨ ਥਿਊਰਮ ਨੂੰ ਚੰਗੀ ਤਰ੍ਹਾਂ ਦੇਖਿਓ ਜੀ। ਇਸ ਡਾਇਗਰਾਮ ਨੂੰ ਕਿਉਂ ਨਾ ਦੁਬਾਰੀ ਬਣਾਇਆ ਜਾਵੇ ਸਾਫ਼-ਸਾਫ਼। ਲਓ 1 ਮਿੰਟ ਦੀ ਖੇਡ ਹੈਗੀ। ਇੱਥੇ 4 ਓਮ ਦੀ ਰੈਜ਼ਿਸਟੈਂਸ, ਇੱਥੇ 2 ਦੀ ਹੈਗੀ। ਸੁਪਰਪੋਜੀਸ਼ਨ ਥਿਊਰਮ ਬੱਚੇ ਕਹਿੰਦੀ ਕੀ ਆ? ਉਹ ਇਹ ਕਹਿੰਦੀ ਹੈਗੀ ਵੀ ਸਪੋਜ਼ ਕਰੋ ਕਿਸੇ ਸਰਕਟ ਦੇ ਵਿੱਚ ਕਿਸੇ ਵੀ ਬ੍ਰਾਂਚ ਦੇ ਵਿੱਚ ਸਾਨੂੰ ਕਰੰਟ ਪੁੱਛਿਆਗਾ, ਤਾਂ ਉਸ ਬ੍ਰਾਂਚ ਵਾਸਤੇ ਕਿੰਨੇ ਸੋਰਸ ਕਰੰਟ ਭੇਜ ਰਿਹਾ, ਸਾਰਿਆਂ ਦਾ ਅੱਡ-ਅੱਡ ਕਰੰਟ ਕੱਢੋ। ਮੈਂ ਫੇਰ ਰਿਪੀਟ ਕਰਨ ਲੱਗਿਆਗਾ ਵੀ ਜੇ ਕਿਸੇ ਬ੍ਰਾਂਚ ਦੇ ਵਿੱਚ ਸਾਨੂੰ ਪੁੱਛਿਆ ਗਿਆ ਵੀ ਕਿੰਨਾ ਕਰੰਟ ਹੈਗਾ, ਸੁਪਰਪੋਜੀਸ਼ਨ ਥਿਊਰਮ ਕਹਿੰਦੀ ਹੈਗੀ ਵੀ ਪਹਿਲਾਂ ਹਰੇਕ ਜਿੰਨੇ ਵੀ ਤੁਹਾਡੇ ਵੋਲਟੇਜ ਸੋਰਸ ਹੈਗੇ ਉਹ ਕੱਲੇ ਕਿੰਨਾ ਕਰੰਟ ਭੇਜ ਰਹੇ, ਉਹਨਾਂ ਕੱਲਿਆਂ ਦਾ ਕੱਢ ਲਓ, ਬਾਅਦ ਚੋਂ ਆਪਸ ਦੇ ਵਿੱਚ ਉਹਨਾਂ ਦਾ ਅਲਜੈਬਰਿਕ ਸਮ ਕਰਦੇ, ਤੁਹਾਡਾ ਆਨਸਰ ਆ ਜਾਊਗਾ। ਮਤਲਬ ਕੀ ਹੈਗਾ, ਜਿਵੇਂ ਹੁਣ ਮੰਨ ਲਓ ਇੱਥੇ ਆਪਾਂ 2 ਦੀ ਗੱਲ ਕਰਦੇ ਆਂਗੇ, 2 ਦੇ ਵਿੱਚ ਆਨਸਰ ਕਿੰਨਾ ਹੈ ਆਪਾਂ ਆਨਸਰ ਯਾਦ ਕਰ ਲਈਏ ਯਾਰ ਪਹਿਲਾਂ ਤਾਂ, ਹਨਾ, ਬਾਅਦ ਚੋਂ ਅਸੀਂ ਚੈੱਕ ਵੀ ਤਾਂ ਕਰਨਾ। 1 ਹੈਗਾ ਨਾ, ਮੈਨੂੰ ਲੱਗਦਾ 1 ਅੰਪੇਅਰ ਹੈ ਨਾ ਬੱਚੇ। ਠੀਕ ਆ, 1 ਆਨਸਰ ਕੱਢ ਕੇ ਦਿਖਾਉਣਾ ਤੁਹਾਨੂੰ ਮੈਂ ਸੁਪਰਪੋਜੀਸ਼ਨ ਨਾਲ ਬੱਚੇ। ਆ ਲਓ ਸੁਪਰਪੋਜੀਸ਼ਨ ਥਿਊਰਮ ਇਹ ਕਹਿੰਦੀ ਹੈਗੀ ਵੀ ਤੁਸੀਂ ਕੀ ਕਰਨਾ ਹੁੰਦਾਗਾ, ਵੋਲਟੇਜ ਸੋਰਸ
ਵੋਲਟੇਜ ਸੋਰਸ ਤੇ ਕਰੰਟ ਸੋਰਸ, ਇਸ ਸਰਕਟ ਦੇ ਵਿੱਚ ਕੁੱਲ ਨੰਬਰ ਆਫ ਜਿਹੜੇ ਵੋਲਟੇਜ ਸੋਰਸਿਸ ਜਾਂ ਕਰੰਟ ਸੋਰਸਿਸ, ਸਾਡੇ ਸੋਰਸਿਸ ਕਿੰਨੇ ਨੇਗੇ ਇਸ ਪੂਰੇ ਸਰਕਟ ਦੇ ਵਿੱਚ? 2 ਨੇ ਨਾ, ਇੱਕ ਹੈਗਾ ਕਰੰਟ ਸੋਰਸ, ਇੱਕ ਹੈਗਾ ਵੋਲਟੇਜ ਸੋਰਸ। ਜਿਹੜਾ ਤਾਂ ਹੈਗਾ ਕਰੰਟ ਸੋਰਸ ਨੂੰ ਜੀ ਆਪਾਂ ਕੀ ਪਹਿਲਾਂ ਸੀਗਾ ਕਰੰਟ ਸੋਰਸ ਦੁਆਰਾ ਦੇਖ ਲਾਂਗੇ ਵੀ ਇਹਨੇ 2 ਓਮ ਦੀ ਰੈਜ਼ਿਸਟੈਂਸ ਨੂੰ ਕਿੰਨਾ ਕਰੰਟ ਦਿੱਤਾ ਹੈਗਾ। ਫਿਰ ਅਸੀਂ ਇਸ ਵੋਲਟੇਜ ਸੋਰਸ ਜਿਹੜਾ 6 ਵੋਲਟ ਦਾ ਵੋਲਟੇਜ ਸੋਰਸ ਆ ਇਹਦੇ ਨਾਲ ਦੇਖ ਲਾਂਗੇ ਵੀ ਇਸ 2 ਓਮ ਦੀ ਰੈਜ਼ਿਸਟੈਂਸ ਨੂੰ ਕਿੰਨਾ ਕਰੰਟ ਦਿੱਤਾ। ਦੋਨੇ ਕਰੰਟ ਨੂੰ ਆਪਸ ਜੋੜ ਜਾਂ ਮਾਈਨਸ ਕਰ ਲਾਂਗੇ, ਸਾਡਾ ਆਨਸਰ ਆ ਜਾਊਗਾ। ਯਾਦ ਇਹ ਰੱਖਣਾ ਵੀ ਜਦੋਂ ਕਰੰਟ ਸੋਰਸ ਮੰਨਣਾਗਾ ਉਦੋਂ ਵੋਲਟੇਜ ਸੋਰਸ ਨਹੀਂ ਉੱਥੇ ਹੋਣਾ ਚਾਹੀਦਾ, ਜਦੋਂ ਵੋਲਟੇਜ ਸੋਰਸ ਮੰਨਣੀ ਉਦੋਂ ਕਰੰਟ ਸੋਰਸ ਨਹੀਂ ਉੱਥੇ ਹੋਣਾ ਚਾਹੀਦਾ। ਮੰਨ ਲਓ ਇੱਕ ਬੱਚਾ ਹੈਗਾ ਉਹਨੇ ਘਰ ਦੇ ਵਿੱਚੋਂ ਪਾਕਟ ਮਨੀ ਲੈਣੀ ਹੈਗੀ। ਪਹਿਲਾਂ ਕੀ ਕੀਤਾ ਉਹਨੇ? ਪਹਿਲਾਂ ਮੰਮੀ ਕੋਲੇ ਗਿਆ ਆਪਣੀ ਕੋਲੇ, ਉਹ ਤੋਂ ਲੈ ਲਏ 10 ਰੁਪਏ, ਫਿਰ ਆਪਦੇ ਪਾਪਾ ਕੋਲੇ ਗਿਆ, ਉਹ ਤੋਂ ਲੈ ਲਏ 20 ਰੁਪਏ। ਕੁੱਲ ਉਹਦੀ ਪਾਕਟ ਮਨੀ ਕਿੰਨੀ ਹੋ ਗਈ? 30 ਰੁਪਏ ਹੋ ਗਈ। ਠੀਕ ਹੈ ਜੀ। ਪਰ ਸ਼ਰਤ ਕੀ ਹੈ ਵੀ ਜਦੋਂ ਉਹ ਮੰਮੀ ਕੋਲੇ ਜਾਵੇ ਪਾਪਾ ਨੂੰ ਪਤਾ ਨਾ ਹੋਵੇ, ਇਹ ਨਾ ਦੇਖਦਾ ਹੋਵੇ ਕਿਤੇ। ਜੇ ਇਹਨੇ ਦੇਖ ਲਿਆ ਫਿਰ ਥੋੜਾ ਦੇਊ ਯਾਰ ਇਹ 20 ਰੁਪਏ, ਹੈ ਨਾ। ਜਦੋਂ ਇਹਦੇ ਕੋਲੇ ਜਾਵੇ ਇਹਨੂੰ ਨਾ ਪਤਾ ਹੋਵੇ। ਗੱਲ ਸਮਝ ਰਹੇ ਹੋ ਤੁਸੀਂ? ਇਹ ਸੁਪਰਪੋਜ਼ਿਸ਼ਨ ਥਿਊਰਮ ਹੁੰਦੀ ਹੈਗੀ। ਤਾਂ ਲਓ ਜੀ, ਇਹਨੂੰ ਨਾ ਦੇਖੀਏ ਦਾ ਕੀ ਮਤਲਬ ਹੈਗਾ? ਇਹਦਾ ਨਾ ਦੇਖਣ ਦਾ ਕੀ ਮਤਲਬ ਹੁੰਦਾ ਰਾਜੇ? ਉਹ ਦੇਖੋ ਕੀ ਹੈਗਾ। ਹਮੇਸ਼ਾ ਜਦੋਂ ਤੁਸੀਂ ਸਰਕਟ ਦੇ ਵਿੱਚ ਕਰੰਟ ਸੋਰਸ ਨੂੰ ਲੈਣਾ ਹੈਗਾ, ਆਪਾਂ ਗੱਲ ਕਰਦੇ ਨੈਗਲੈਕਟ ਕਿਹਨੂੰ ਕਰੀਦਾ ਹੁੰਦਾ ਹੈਗਾ? ਇੱਕ ਸੋਰਸ ਨੂੰ ਲਈਦਾ ਹੁੰਦਾ, ਦੂਜੇ ਨੂੰ ਨੈਗਲੈਕਟ ਕਰੀਦਾ ਹੁੰਦਾ। ਤਾਂ ਜਦੋਂ ਕਦੇ ਵੀ ਤੁਸੀਂ ਕਰੰਟ ਸੋਰਸ ਨੂੰ ਨੈਗਲੈਕਟ ਕਰਨਾ ਰਾਜੇ, ਕਰੰਟ ਸੋਰਸ ਨੂੰ ਨੈਗਲੈਕਟ ਕਰਨਾ ਹੈਗਾ, ਤਾਂ ਕਰੰਟ ਜ਼ੀਰੋ ਕਦੋਂ ਹੁੰਦਾ? ਕਰੰਟ ਜ਼ੀਰੋ ਕਦੋਂ ਹੁੰਦਾ? ਜਦੋਂ ਕੀ ਹੋਵੇ? ਓਪਨ। ਤਾਂ ਕਰੰਟ ਸੋਰਸ ਜਿਹੜਾ ਹੋਊਗਾ ਹਮੇਸ਼ਾ ਓਪਨ ਹੋਊਗਾ। ਤੇ ਵੋਲਟੇਜ ਜ਼ੀਰੋ ਕਦੋਂ ਹੁੰਦੀ ਆ? ਓਪਨ ਚ ਕਿ ਸ਼ਾਰਟ ਚ? ਸ਼ਾਰਟ ਸੀ। ਤਾਂ ਵੋਲਟੇਜ ਸੋਰਸ ਕੀ ਹੋਊਗਾ ਬੱਚੇ? ਸ਼ਾਰਟ ਹੋਊਗਾ। ਤਾਂ ਚਲੋ ਇਹਦੇ 2 ਸਰਕਟ ਬਣਾਉਣੇ ਆਗੇ, ਜਦੋਂ ਇਹ ਇੱਕ ਓਪਨ ਹੋਵੇ, ਜਦੋਂ ਦੂਜਾ ਆ ਲਓ ਇੱਥੇ ਮੈਂ 2 ਸਰਕਟ ਬਣਾਉਣ ਲੱਗਿਆ ਗਾ। ਇੱਕ ਵਾਰੀ ਤਾਂ ਆਪਾਂ ਇਹਨੂੰ ਰੱਖਾਂਗੇ ਵੈਸੇ ਸਰਕਟ 'ਚ, ਇੱਕ ਵਾਰੀ ਆਪਾਂ ਇਹਨੂੰ ਰੱਖਾਂਗੇ। ਆ ਲਓ, ਜਦੋਂ ਇਹਨੂੰ ਰੱਖਣਾ ਗਾ ਉਦੋਂ ਆਹ ਕੀ ਹੋਣਾ ਚਾਹੀਦਾ ਗਾ? ਸ਼ਾਰਟ ਹੋਣਾ ਚਾਹੀਦਾ ਨਾ। ਸਰਕਟ ਏਦਾਂ ਬਣੂਗਾ। ਫਿਰ ਜਿਹਨੇ ਬਣਾਉਣਾ ਉਨੀ ਦੇਰ ਬਣਾ ਲਓ ਮੇਰੇ ਨਾਲ। ਇਹ ਤਾਂ ਦੇਖੋ ਜੇ ਕਰੰਟ ਸੋਰਸ ਸੀਗਾ ਨਾ, ਇਹ ਬਣਾ ਲਿਆ ਆਪਾਂ, ਵੋਲਟੇਜ ਸੋਰਸ ਨੂੰ ਸ਼ਾਰਟ ਕਰ ਲਿਆ। ਦੇਖੋ ਆ ਸ਼ਾਰਟ ਕੀਤੀ ਹੋਈ ਡੰਡੀ। ਸ਼ਾਰਟ ਕਰਨ ਦਾ ਮਤਲਬ ਸਿੱਧੀ ਤਾਰ ਖਿੱਚ ਦੋ। ਹੁਣ ਜਦੋਂ ਅਸੀਂ ਵੋਲਟੇਜ ਸੋਰਸ ਬਣਾਉਣਾ, ਕਰੰਟ ਸੋਰਸ ਨੂੰ ਕੀ ਕਰਨਾ? ਓਪਨ ਕਰਨਾ। ਓਪਨ ਕਰਨ ਦੇ ਵਿੱਚ ਇੱਕ ਚੱਕਰ ਦੇ ਵਿੱਚ ਇੱਕ ਚੀਜ਼ ਹੋ ਜਾਊਗੀ ਬੱਚੇ, ਦੇਖੋ ਜਦੋਂ ਓਪਨ ਕਰਾਂਗੇ ਨਾ, ਜਿਹਦਾ ਉਹਦੇ ਨਾਲ ਰੈਜ਼ਿਸਟੈਂਸ ਨਹੀਂ ਪਈ ਹੈਗੀ, ਉਹਦਾ ਵੀ ਵੈਲਿਊ ਉਹਦੀ ਖਤਮ ਹੋ ਜਾਊ। ਉਹ ਤੁਹਾਡੀ ਲੱਗੀ ਨਾ ਲੱਗੀ ਇੱਕ ਬਰਾਬਰ ਹੋ ਜਾਊਗੀ। ਆ ਲਓ, ਆ ਜਿਹੜੀ 4 ਓਮ ਦੀ ਵੈਲਿਊ ਆ ਗਈ, ਇਹ ਤਾਂ ਸਾਡੀ ਏਦਾਂ ਹੀ ਹੋ ਜਾਊਗੀ ਨਾ, ਇਹਦਾ ਤਾਂ ਕੋਈ ਮਤਲਬ ਨਹੀਂ ਹੈਗਾ। ਲਓ ਰਾਜੇ, ਤਾਂ ਸਾਡੇ ਕੋਲ ਆ 2 ਸਰਕਟ ਬਣ ਗਏ। ਪਹਿਲਾਂ ਕਿਹਨੂੰ ਸੋਲਵ ਕਰਨਾ ਦੱਸੋ? ਇਹਨੂੰ 1 ਨੰਬਰ ਨੂੰ ਕਰੀਏ। ਤਾਂ ਮੇਨ ਸਾਨੂੰ ਕੀ ਫੰਡਾ ਕੀ ਆ ਸਾਡਾ? ਅਸੀਂ ਇੱਥੇ ਕਰੰਟ ਕੱਢਣ ਦਾ ਜੀ, ਹੈ ਨਾ। ਇਸ ਦੇ ਵਿੱਚ ਕੁਝ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ। ਇਸ ਦੇ ਵਿੱਚ ਕੋਈ ਖਾਸ ਦਿਖ ਰਿਹਾ ਸਰਕਟ ਜਿਹੜਾ ਸਾਨੂੰ ਨਾਰਮਲੀ ਨਹੀਂ ਦਿਖਦਾ ਹੁੰਦਾ? ਦਿਖ ਰਿਹਾ ਕੁਝ ਖਾਸ? ਆ ਦੇਖੋ, ਆ ਜਿਹੜੀ 3 ਓਮ ਦੀ ਰੈਜ਼ਿਸਟੈਂਸ ਆ ਨਾ, ਆਹ ਜਿਹੜਾ ਕਰੰਟ ਆ, ਜਦੋਂ ਕਦੇ ਕਰੰਟ ਇੱਥੇ ਆਊ ਆਪਾਂ ਨੂੰ ਨਹੀਂ ਪਤਾ ਕਿੰਨਾ ਆਊਗਾ, ਪਰ ਇੱਧਰ ਨੂੰ ਬਿਲਕੁਲ ਨਹੀਂ ਜਾਊਗਾ ਰਾਜੇ। ਉਹ ਇੱਧਰ ਨੂੰ ਜਾਊ, ਕਿਉਂਕਿ ਇੱਧਰਲੇ ਪਾਸੇ ਕੀ ਹੈਗਾ? ਸ਼ਾਰਟ ਸਰਕਟ ਪਾਥ ਹੈਗਾ। ਇੱਧਰਲੇ ਪਾਸੇ ਕੀ ਹੈ ਸਾਡਾ? ਸ਼ਾਰਟ ਸਰਕਟ ਪਾਥ। ਤਾਂ ਆਪਾਂ ਬੱਚੇ ਆਹ ਰੈਜ਼ਿਸਟੈਂਸ ਸਾਡੇ ਵਾਸਤੇ ਲੱਗੀ ਨਾ ਲੱਗੀ ਇੱਕ ਬਰਾਬਰ ਹੈਗੀ। ਆਹ ਲੱਗੀ ਨਾ ਲੱਗੀ ਇੱਕ ਬਰਾਬਰ ਆ। ਤਾਂ ਆਹ ਸਰਕਟ ਬਣ ਗਿਆ ਹੁਣ ਸਾਡਾ। ਕਲੀਅਰ ਹੋਈ ਗੱਲ? ਇਹ ਅਸੀਂ ਕਰੰਟ ਕਿਹਦੇ ਵਿੱਚ ਕੱਢਣਾ? 2 ਦੇ ਵਿੱਚ। ਤੇ 2 ਦੇ ਵਿੱਚ ਕਰੰਟ ਕੱਢਣ ਵਾਸਤੇ ਇੱਥੇ ਦਾ ਕਰੰਟ ਕਿੰਨਾ ਆਏਗਾ? 6। ਤਾਂ ਅਸੀਂ ਕੱਢਣਾ 2 ਦੇ ਵਿੱਚ, ਤਾਂ ਟੋਟਲ ਕਰੰਟ 6, ਜਿਹਦੇ ਵਿੱਚੋਂ ਕੱਢਣਾ ਉਦੋਂ ਆਪੋਜ਼ਿਟ ਬ੍ਰਾਂਚ ਕਿੰਨੀ? 1। ਹੇਠਲੇ ਪਾਸੇ ਦੋਨਾਂ ਜੋੜ 3। ਕਿੰਨਾ ਆ ਗਿਆ ਬੱਚੇ? ਇਹ 2 ਐਂਪੀਅਰ। ਤਾਂ ਇੱਧਰ ਨੂੰ ਕਰੰਟ ਕਿੰਨਾ ਜਾ ਰਿਹਾ? 2 ਐਂਪੀਅਰ। ਕਿਹਦੇ ਕਰਕੇ? 6 ਐਂਪੀਅਰ ਕਰਕੇ। ਇੰਨੀ ਗੱਲ ਕਲੀਅਰ ਹੋ ਗਈ? ਤਾਂ ਆਪਾਂ ਇੱਥੇ ਤੀਰ ਮਾਰ ਕੇ ਲਿਖ ਲੈਣੇ ਵੀ ਇੱਧਰ ਨੂੰ ਗਿਆ ਹੈਗਾ 2 ਐਂਪੀਅਰ। ਇਹ ਤੀਰ ਮਾਰ ਕੇ ਲਿਖਣਾ ਜ਼ਰੂਰੀ ਆ। ਆਪਾਂ ਕੀ ਗੱਲ ਕਰ ਰਹੇ ਹਾਂ? ਆਪਾਂ ਇੰਨੀ ਗੱਲ ਕਰ ਰਹੇ ਹਾਂ ਵੀ ਜਿਹੜਾ ਜਿਹਨਾਂ ਨੇ 2 ਓਮ ਦੇ ਕ੍ਰਾਸ, ਕਿਉਂਕਿ ਸਾਨੂੰ 2 ਓਮ ਦੇ ਕ੍ਰਾਸ ਕਰੰਟ ਕੱਢਣਾ ਪੁੱਛਿਆ ਗਿਆ ਹੈਗਾ, ਤਾਂ ਅਸੀਂ 6 ਐਂਪੀਅਰ ਕਰਕੇ ਕਿੰਨਾ ਕਰੰਟ ਜਾਊਗਾ 2 ਦੇ ਕ੍ਰਾਸ ਉਹ ਕੱਢਣਾ।
ਪਹਿਲੀ ਗੱਲ ਤਾਂ ਇੱਥੇ ਦੀ ਟੋਟਲ ਰੈਜ਼ਿਸਟੈਂਸ ਕੱਢਣ ਦੀ ਲੋੜ ਨਹੀਂ, ਕਿਉਂਕਿ ਕਰੰਟ ਸੋਰਸ ਦਿੱਤਾ ਸਾਨੂੰ ਪਤਾ ਨਾ ਇਸ ਸਰਕਟ ਦੇ ਵਿੱਚ ਇੱਥੇ ਤੱਕ ਕਰੰਟ ਕਿੰਨਾ ਆਊਗਾ। ਆਹੀ ਜਿਹੜਾ ਸੀਰੀਜ਼ ਸਰਕਟ ਦੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਆ ਸਾਰੇ ਸਰਕਟ ਦੇ ਵਿੱਚ ਕਰੰਟ ਕਿੰਨਾ 6 ਐਂਪੀਅਰ ਆ। ਹੁਣ 6 ਐਂਪੀਅਰ ਦਾ ਕੁਛ ਹਿੱਸਾ ਇੱਧਰ ਜਾਊ, ਕੁਛ ਹਿੱਸਾ ਇੱਧਰ ਜਾਊਗਾ। ਇੱਥੇ ਕੀ ਲੱਗੂ? ਕਰੰਟ ਡਿਵੀਜ਼ਨ ਲਾ। ਕਰੰਟ ਡਿਵੀਜ਼ਨ ਲਾ ਹੁੰਦਾਗਾ ਵੀ ਪਹਿਲਾਂ ਲਿਖੋ ਟੋਟਲ ਕਰੰਟ, ਫਿਰ ਲਿਖੋ ਜਿਹਦੇ ਵਿੱਚ ਕੱਢਣਾ ਹੈਗਾ 2 ਚ ਕੱਢਣਾ ਨਾ, ਇਦੋਂ ਆਪੋਜ਼ਿਟ ਬ੍ਰਾਂਚ 1, ਫਿਰ ਦੋਨਾਂ ਦਾ ਜੋੜ ਲਿਖਣਾ ਵਾ ਜੀ 2 + 1। ਤਾਂ ਸਾਡੇ ਕੋਲੇ ਕਿੰਨਾ ਆ ਗਿਆ? 6 × 1/3 ਆ ਗਿਆ। ਕਿੰਨਾ ਆ ਗਿਆ ਜੀ? 2 ਐਂਪੀਅਰ ਕਰੰਟ ਆ ਗਿਆ। ਤਾਂ ਇੱਧਰ ਨੂੰ ਕਿੰਨਾ ਕਰੰਟ ਜਾ ਰਿਹਾ ਸਾਡਾ? 2। ਅਸੀਂ ਤੀਰ ਮਾਰ ਕੇ ਲਿਖਣਾ ਗਾ ਵੀ 2 ਐਂਪੀਅਰ ਕਰੰਟ ਇੱਧਰ ਨੂੰ ਗਿਆ ਗਾ, ਕਿਉਂਕਿ ਆਹ ਪੋਜ਼ਿਟਿਵ ਸਿਰ ਉੱਪਰ ਆਣਾ ਇਹਦਾ। ਪਤਾ ਲੱਗ ਗਿਆ ਜੀ? ਉਸ ਤੋਂ ਬਾਅਦ ਦੇਖੋ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ। ਹੁਣ 3 ਵੋਲਟ ਆ ਜਿਹੜਾ ਸਾਡਾ, ਉਹ ਇਸ ਬ੍ਰਾਂਚ ਦੇ ਵਿੱਚ ਕਿੰਨਾ ਕਰੰਟ ਭੇਜੂ ਇਹ ਦੇਖਣਾ। ਹੁਣ ਜੇ ਧਿਆਨ ਨਾਲ ਦੇਖਿਆ ਜਾਵੇ, ਆਹ ਤਾਂ ਸਾਡੇ ਓਪਨ ਹੈਗੀ, ਤਾਂ ਹੋ ਕੀ ਰਿਹਾ ਵੀ 3 ਵੋਲਟ ਇੱਥੇ ਲੱਗਿਆ ਹੋਇਆਗਾ, ਇੱਕ ਰੈਜ਼ਿਸਟੈਂਸ ਆ ਪਈ ਹੈਗੀ 3 ਦੀ, ਆਹ 2 ਤੇ ਆਹ 1 ਕਿਵੇਂ ਲੱਗੇ ਹੋਏ ਆਪਸ ਚ? ਸੀਰੀਜ਼ ਚ ਨੇਗੇ। ਤਾਂ ਇਹ ਵੀ ਕਿੰਨਾ ਹੋ ਗਿਆ? 3 ਓਮ ਹੋ ਗਿਆ। ਆ ਵੀ 3 ਓਮ ਆ। ਤਾਂ ਕਰੰਟ ਇੱਥੇ ਵੀ ਜਿਹੜੀ ਵੋਲਟੇਜ ਆ ਉਹ 3 ਵੋਲਟ ਆ। ਤਾਂ ਇੱਥੇ ਕਰੰਟ ਕਿੰਨਾ? 1 ਐਂਪੀਅਰ। ਤੇ ਇੱਧਰ ਨੂੰ ਕਰੰਟ ਕਿੰਨਾ ਗਿਆ? 1 ਐਂਪੀਅਰ। ਇਹਦਾ ਮਤਲਬ ਜਿਹੜਾ ਆਹ 3 ਇਕੱਠਾ ਕੀਤਾ ਆਹ ਇਹਨਾਂ ਨੂੰ ਕੀਤਾ ਨਾ, ਤਾਂ ਦੋਨਾਂ ਦੇ ਵਿੱਚ ਇੱਧਰ 1 ਐਂਪੀਅਰ ਕਰੰਟ ਆ ਰਿਹਾ, ਇੱਧਰ ਵੀ 1 ਐਂਪੀਅਰ ਕਰੰਟ ਆ ਰਿਹਾ। ਇਹਦਾ ਮਤਲਬ ਵੋਲਟੇਜ ਸੋਰਸ ਨੇ 3 ਵੋਲਟ ਦੇ ਵੋਲਟੇਜ ਇੱਧਰ ਨੂੰ ਕਰੰਟ ਕਿੰਨਾ ਭੇਜਿਆ? 1 ਐਂਪੀਅਰ। ਹੁਣ ਅਲਜੈਬਰਿਕ ਸਮ ਕਰਨਾ, ਇੱਧਰ ਨੂੰ ਜਾ ਰਿਹਾ 2, ਇੱਧਰ ਨੂੰ ਆ ਰਿਹਾ 1। ਅਸਲ ਦੇ ਵਿੱਚ ਕੀ ਹੋਊਗਾ? ਇੱਧਰ ਨੂੰ ਜਾਊਗਾ 1 ਐਂਪੀਅਰ। ਇਹ ਸਾਡਾ ਸੁਪਰਪੋਜ਼ਿਸ਼ਨ ਥਿਓਰਮ ਹੈ, ਦੇਖ ਲਓ ਇਹਨੂੰ। ਸੁਪਰਪੋਜ਼ਿਸ਼ਨ ਥਿਓਰਮ ਸਿਰਫ ਇਹੀ ਕਹਿੰਦੀ ਆ ਵੀ ਅਸੀਂ ਸਰਕਟ ਨੂੰ ਨਾ 2 ਹਿੱਸਿਆਂ 'ਚ ਵੰਡ ਲੈਣਾ। ਜੇ 2 ਸੋਰਸ ਨੇ, 3 ਸੋਰਸ ਹੁੰਦੇ 3 ਹਿੱਸਿਆਂ 'ਚ ਵੰਡ ਲੈਂਦੇ, 4 ਹੁੰਦੇ 4 'ਚ ਵੰਡ ਲੈਂਦੇ। ਤੇ ਹਰੇਕ ਵੋਲਟੇਜ ਸੋਰਸ ਦੁਆਰਾ ਇੱਕ ਡਾਇਰੈਕਸ਼ਨ ਤੇ ਕਰੰਟ ਕਿੰਨਾ ਹੈਗਾ ਤੇ ਕਿੰਨੀ ਕਿੱਧਰ ਨੂੰ ਡਾਇਰੈਕਸ਼ਨ ਆ, ਇਹ 2 ਚੀਜ਼ਾਂ ਪਤਾ ਕਰਨੀਆਂ ਨੇ ਬਸ। ਓਕੇ ਜੀ। ਚਲੋ, ਇੱਕ ਤੁਸੀਂ ਕਹਿੰਦੇ ਸੀਗੇ ਡਿਪੈਂਡੈਂਟ ਸੋਰਸ। ਲੋ ਇੱਕ ਡਿਪੈਂਡੈਂਟ ਸੋਰਸ ਦਾ ਸੌਖਾ ਜਿਹਾ ਕੁਐਸਚਨ ਕਰਦੇ ਹਾਂ ਜੀ। ਹੁੰਦੇ ਤਾਂ ਸਾਰੇ ਸੌਖੇ ਨੇਗੇ, ਬਸ ਕਈ ਵਾਰੀ ਨਾ ਇਕੁਏਸ਼ਨਾਂ ਜਿਹੀਆਂ ਬਣਾਉਣੀਆਂ ਪੈ ਜਾਂਦੀਆਂ, ਹੋਰ ਤਾਂ ਗੱਲ ਕੁਛ ਨਹੀਂ। ਉਹ ਮੈਥ ਸਟਰੋਂਗ ਚਾਹੀਦਾ ਯਾਰ ਉਹਦੇ ਵਾਸਤੇ, ਹੋਰ ਨਹੀਂ ਕੋਈ ਗੱਲ ਹੁੰਦੀ ਹੈਗੀ। ਆ ਲਓ ਜੀ, ਆਹ ਸਰਕਟ ਹੈਗਾ ਸਾਡਾ। ਉਹ ਪੁੱਛ ਰਿਹਾ, ਕਹਿੰਦਾ ਟੋਟਲ ਸਰਕਟ ਦੇ ਵਿੱਚ ਟੋਟਲ ਵਾਟੇਜ ਕਿੰਨੀ ਹੋਊਗੀ? 96 ਵਾਟ ਹੋਊਗੀ, 114 ਵਾਟ ਹੋਏਗੀ, 192 ਵਾਟ ਹੋਏਗੀ, ਜਾਂ ਫਿਰ 288 ਵਾਟ ਹੋਏਗੀ। ਇਹ 4 ਆਪਸ਼ਨਾਂ ਨੇਗੀਆਂ ਬੱਚੇ, ਇਹ 4 ਆਪਸ਼ਨਾਂ ਨੇਗੀਆਂ। ਤਾਂ ਤੁਸੀਂ ਕੀ ਦੇਖਣਾ, ਇਹ ਡਿਪੈਂਡੈਂਟ ਸੋਰਸ ਹੁੰਦਾ ਵੀ ਇਹਦੇ ਅੰਦਰ ਜਿਹੜਾ ਵੀ ਕਰੰਟ ਜਾ ਰਿਹਾ, ਪਹਿਲੀ ਗੱਲ ਤਾਂ ਜਿਹੜਾ ਤੀਰ ਵੱਜਿਆ ਹੋਇਆ ਫਿਰ ਇਹ ਕਰੰਟ ਸੋਰਸ ਹੁੰਦਾ, ਜੇ ਆਲੇ ਦੁਆਲੇ ਪੋਜ਼ਿਟਿਵ ਨੈਗੇਟਿਵ ਲਿਖਿਆ ਹੁੰਦਾ ਫਿਰ ਇਹ ਵੋਲਟੇਜ ਸੋਰਸ ਹੁੰਦਾ। ਹੁਣ ਇਸ ਪੂਰੀ ਬ੍ਰਾਂਚ ਦੇ ਵਿੱਚ ਜਿਹੜਾ ਕਹਿੰਦਾ ਕਰੰਟ ਜਾ ਰਿਹਾ ਨਾ, ਇਸ ਪੂਰੀ ਬ੍ਰਾਂਚ ਦੇ ਵਿੱਚ ਉਹ ਕਹਿੰਦਾ ਦੁੱਗਣਾ ਜਾ ਰਿਹਾ। ਕਿਹਦਾ ਦੁੱਗਣਾ ਜਾ ਰਿਹਾ? IR ਦਾ ਦੁੱਗਣਾ ਜਾ ਰਿਹਾ। ਤਾਂ ਕੀ ਅਸੀਂ ਇਸ ਸਰਕਟ ਦੀ ਜਿਹੜੀ ਟੋਟਲ ਰੈਜ਼ਿਸਟੈਂਸ ਆ ਉਹ ਪ੍ਰੈਡਿਕਟ ਕਰ ਸਕਦੇ ਹਾਂ ਵੀ ਇਸ ਸਰਕਟ 'ਚ ਕਿੰਨੀ ਰੈਜ਼ਿਸਟੈਂਸ ਹੋਊਗੀ? ਇੱਧਰ ਦੁੱਗਣਾ ਕਰੰਟ ਕਦੋਂ ਜਾ ਸਕਦਾ? ਦੁੱਗਣਾ ਕਰੰਟ ਕਦੋਂ ਜਾ ਸਕਦਾ? IR ਦਾ। ਜੇ ਰੈਜ਼ਿਸਟੈਂਸ ਇੱਧਰ ਕੀ ਹੋਊਗਾ? 300 ਸਿਰ ਘੱਟ ਹੋਊਗੀ। ਹਾਫ ਹੋਊਗਾ ਜੀ। ਬਿਲਕੁਲ ਰਾਜੇ, ਅੱਧੀ ਹੋਊਗੀ। ਜੇ ਅੱਧੀ ਰੈਜ਼ਿਸਟੈਂਸ ਹੋ ਤਾਂ ਹੀ ਦੁੱਗਣਾ ਕਰੰਟ ਹੋਊਗਾ ਨਾ। ਤੁਹਾਡਾ ਆਨਸਰ ਸੋਲਵ ਹੋ ਗਿਆ ਜੀ, ਬਸ ਇੰਨੀ ਕੀ ਗੱਲ ਪ੍ਰੈਡਿਕਟ ਕਰਨੀ ਸੀ ਅਸੀਂ। ਤਾਂ ਦੇਖ ਲਓ 6 ਤੇ 3 ਨੂੰ ਆਪਸ ਦੇ ਵਿੱਚ ਕਰਿਓ ਕਿੰਨਾ ਹੁੰਦਾਗਾ। 6 ਤੇ 3 ਦਾ ਟੋਟਲ ਰੈਜ਼ਿਸਟੈਂਸ ਕਿੰਨੀ ਆਊ? 6 × 3 6 + 3 ਕਿੰਨੀ ਆ ਗਈ? 2 ਆ ਗਈ ਓਮ। ਤਾਂ ਟੋਟਲ V ਹੈਗੀ ਸਾਡੀ 24, ਟੋਟਲ ਸਾਡੀ 2 ਰੈਜ਼ਿਸਟੈਂਸ ਹੈਗੀ 2। ਤਾਂ V²/R ਲਗਾ ਲਓ ਰਾਜੇ ਪਾਵਰ ਕੱਢਣ ਵਾਸਤੇ। 24 × 24 / 2 12 ਆ ਗਿਆ। 24 ਨੂੰ 12 ਨਾਲ ਕਰਾਂਗੇ ਕਿੰਨਾ ਆ ਜਾਊਗਾ? 288 ਵਾਟ ਆ ਜਾਊਗਾ। ਬਸ ਇੰਨੀ ਗੱਲ ਸੀਗੀ। ਕਲੀਅਰ ਹੋਈ ਜੀ ਗੱਲ ਇਹ? ਹਾਂਜੀ ਸਰ। ਹਾਂਜੀ ਸਰ। ਜਿਹਨੂੰ ਨਹੀਂ ਪਤਾ ਲੱਗਿਆ ਬੋਲੋ ਜੀ। ਇੱਕ ਹੋਰ ਕੁਐਸਚਨ ਕਰਵਾਉਣਾ ਇਹਦੇ ਨਾਲ ਦਾ, ਦੇਖੋ ਮੈਂ ਫੇਰ ਕਹਿ ਰਿਹਾ ਕੁਐਸਚਨ ਤੁਸੀਂ ਕਰਨੇ ਨਹੀਂ ਹੈਗੇ।
36 ਵੋਲਟ, ਜਿਹੜਾ ਸੌਖਾ ਜਿਹਾ ਲੱਗਿਆ ਉਹ ਕਰ ਲਿਓ। ਆ ਦੇਖੋ ਇੱਥੇ ਏਦਾਂ ਗਾ ਬੱਚੇ, ਇੱਥੇ ਸਾਡੇ ਕੋਲੇ 15 ਓਮ ਆ, ਇੱਥੇ ਸਾਡੇ ਕੋਲੇ ਪਲੱਸ ਆ, ਇੱਥੇ ਸਾਡੇ ਕੋਲੇ ਮਾਈਨਸ ਆ, ਇੱਥੇ ਸਾਡੇ ਕੋਲ ਹੈਗਾ 2VA, ਇੱਥੇ ਸਾਡੇ ਕੋਲ VA ਆ। ਇਹਦੇ ਵਿੱਚ ਅਸੀਂ ਪ੍ਰੈਡਿਕਸ਼ਨ ਵੀ ਕਰ ਸਕਦੇ ਹਾਂ, ਅਸੀਂ ਪ੍ਰੋਪਰ ਫਾਰਮੂਲਾ ਵੀ ਲਗਾ ਸਕਦੇ ਹਾਂਗੇ। ਦੱਸੋ ਰਾਜੇ ਕਿਵੇਂ ਕਰੀਏ ਸਰਕਟ ਨੂੰ ਸੋਲਵ। ਕਹਿੰਦਾ ਜੇ ਇੱਥੇ ਵੋਲਟੇਜ ਹੈਗੀ ਹੈ ਜਿਹੜੀ ਸਾਡੀ VA ਹੈਗੀ, ਵੋਲਟੇਜ ਡ੍ਰੌਪ ਹੈ ਸਾਡਾ, ਇੱਥੇ ਵੋਲਟੇਜ 2VA, ਇਹਦਾ ਕੀ ਮਤਲਬ ਹੈਗਾ, ਇੰਨੇ ਕੁ ਥਾਂ ਦੀ ਰੈਜ਼ਿਸਟੈਂਸ ਕਿੰਨੀ ਹੋ ਸਕਦੀ ਆ ਪਤਾ। ਸੀਰੀਜ਼ ਦੇ ਵਿੱਚ ਕਰੰਟ ਦਾ ਸੇਮ ਹੁੰਦਾ, ਵੋਲਟੇਜ ਦੁੱਗਣੀ ਕਦੋਂ ਹੋਊ, ਜਦੋਂ ਇਹਦੀ ਰੈਜ਼ਿਸਟੈਂਸ ਕੀ ਹੋਊਗੀ, ਦੁੱਗਣੀ ਹੋਊਗੀ। ਇਹ 'ਚ ਪੁੱਛਿਆ ਕੀ, ਇੱਕ ਮਿੰਟ, ਇਹਨੇ ਪੁੱਛਿਆ ਕੀ ਹੈਗਾ, ਟੋਟਲ ਪਾਵਰ ਡਿਸੀਪੇਟ ਬਾਏ ਦਾ ਸੋਰਸ, ਟੋਟਲ ਪਾਵਰ ਡਿਸੀਪੇਟ ਇਨ ਦਾ ਕੰਟਰੋਲ ਸੋਰਸ ਆਫ ਦਾ ਨੈਟਵਰਕ ਸ਼ੋਨ ਇਨ ਫਿਗਰ। ਟੋਟਲ ਸੋਰਸ ਦੁਆਰਾ ਪੈਦਾ ਕੀਤੀ ਗਈ ਪਾਵਰ, ਕੰਟਰੋਲਡ ਸੋਰਸ ਕਿਹੜਾ ਹੈਗਾ, 36 ਵਾਲਾ। ਠੀਕ ਹੈ ਜੀ, ਇਹ ਰਾਜੇ ਦਿੱਤੀ ਹੋਈ ਹੈ ਪਾਵਰ 36, 15, 7 ਜਾਂ 14 ਵਾਟ। ਕਿਵੇਂ ਕਰੀਏ ਬੱਚੇ ਕੁਐਸਚਨ ਨੂੰ ਪਤਾ। ਦੇਖੋ ਮੈਨੂੰ ਦੱਸੋ ਬੱਚੇ, ਇੱਕ ਆਹ ਸਰਕਟ ਹੈਗਾ ਸਾਡਾ, ਆਹ 2 ਓਮ ਦੀ ਰੈਜ਼ਿਸਟੈਂਸ ਆ, ਇਹ ਹੈਗੀ ਆ ਸਾਡੀ 4 ਓਮ ਦੀ ਰੈਜ਼ਿਸਟੈਂਸ। ਇਹਦੇ ਵਿੱਚ 3 ਐਂਪੀਅਰ ਕਰੰਟ ਜਾ ਰਿਹਾ ਇਹਦੇ ਵਿੱਚ ਦੀ। ਇੱਥੇ ਵੋਲਟੇਜ ਕਿੰਨੀ ਹੋਊਗੀ, 6 ਦੂਣੀ 12, ਇੱਥੇ ਕਿੰਨੀ ਹੋ ਰਿਹਾ ਜੇ 4 ਤੀਏ 3 ਦੂਣੀ 6 ਬੱਚੇ, ਇੱਥੇ 4 ਤੀਏ 12। ਵੋਲਟੇਜ ਡ੍ਰੌਪ ਦੂਜੇ ਨਾਲੋਂ ਇਹਦਾ ਕੀ ਹੈ, ਦੁੱਗਣਾ ਗਾ। ਕਿਉਂ ਦੁੱਗਣਾ ਪਤਾ, ਕਰੰਟ ਤਾਂ ਸੇਮ ਆ, ਕਿਉਂਕਿ ਰੈਜ਼ਿਸਟੈਂਸ ਕੀ ਆ, ਦੁੱਗਣੀ ਆ। ਤਾਂ ਕੁਛ ਪਤਾ ਲੱਗ ਰਿਹਾ ਵੀ ਇਹਦੀ ਇੱਥੇ ਵੀ ਕੀ ਹੋਊਗਾ। ਜੇ ਉਹਨੇ ਕਹਿ ਦਿੱਤਾ ਆਪਦੇ ਮੂੰਹ ਨਾਲੇ ਕਹਿਤਾ ਰਾਜੇ ਵੀ ਆਪਣੇ ਕੋਲੇ ਵੋਲਟੇਜ ਡ੍ਰੌਪ ਦੁੱਗਣਾ ਹੋ ਰਿਹਾ ਹੈਗਾ, ਤਾਂ ਆਪਾਂ ਮੰਨ ਸਕਦੇ ਹਾਂ ਵੀ ਇਹਦੀ ਰੈਜ਼ਿਸਟੈਂਸ ਜਿਹੜੀ ਉਹ ਦੁੱਗਣੀ ਹੈਗੀ। ਚਲੋ ਆਪਾਂ ਇਦਾਂ ਨਹੀਂ ਕੱਢਦੇ, ਆਪਾਂ ਪਹਿਲਾਂ ਕੱਢਦੇ ਹਾਂ ਇਹਦਾ ਕਰੰਟ। ਆਪਾਂ ਪੂਰੇ ਸਰਕਟ ਦੇ ਵਿੱਚ ਨਾ ਕਰੰਟ ਕੱਢਦੇ ਹਾਂ, ਪੂਰੇ ਸਰਕਟ ਦੇ ਵਿੱਚ ਕਰੰਟ ਕਿੰਨਾ ਹੋਊਗਾ। ਇਹਦੇ ਵਾਸਤੇ ਕਿਉਂਕਿ ਸਿੰਗਲ ਇਹ ਲੂਪ ਆ, ਇਹਦੇ ਵਾਸਤੇ ਲੱਗੂ KVL। ਤਾਂ KVL ਲਗਾਉਣਾ ਸਟਾਰਟ ਕਰੋ। ਕਰੰਟ ਅਸੀਂ ਮੰਨਦੇ ਹਾਂ ਇੱਧਰਲੇ ਪਾਸੇ ਨੂੰ, ਤਾਂ ਆਹ ਪੋਜ਼ਿਟਿਵ ਪਾਸਾ, ਨੈਗੇਟਿਵ ਪਾਸਾ, ਆਹ ਪੋਜ਼ਿਟਿਵ ਇਹਨੇ ਦਿੱਤਾ ਹੋਇਆ, ਨੈਗੇਟਿਵ ਦਿੱਤਾ ਹੋਇਆ, ਪੋਜ਼ਿਟਿਵ ਦਿੱਤਾ ਹੋਇਆ, ਨੈਗੇਟਿਵ ਦਿੱਤਾ ਹੋਇਆ, ਆਹ ਦਿੱਤਾ ਹੋਇਆ। ਤਾਂ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰੋ ਰਾਜੇ ਲਿਖਣਾ। ਕੀ ਲਿਖਾਂਗੇ ਸਭ ਤੋਂ ਪਹਿਲਾਂ, ਪੋਜ਼ਿਟਿਵ ਤੋਂ ਨੈਗੇਟਿਵ ਵੱਲ ਜਾਂਦੇ ਹੋਏ ਪਹਿਲਾਂ ਲਿਖਣਾ ਸੀ ਨੈਗੇਟਿਵ। ਨੈਗੇਟਿਵ ਕਿੰਨਾ, 15। ਉਹਦੇ ਪਿੱਛੇ ਕਰੰਟ ਕਿੰਨਾ ਮੰਨਿਆ ਹੋਇਆ ਸੀ, I1। ਆਹ ਸਾਡੀ ਵੋਲਟੇਜ ਲਿਖ ਲਈ ਅਸੀਂ, ਇਹਦੇ ਕ੍ਰਾਸ ਵੋਲਟੇਜ ਡ੍ਰੌਪ ਲਿਖ ਲਿਆ। ਉਦੋਂ ਬਾਅਦ ਅਸੀਂ ਇਹਦਾ ਵੋਲਟੇਜ ਡ੍ਰੌਪ ਲਿਖਣਾ, ਪਲੱਸ ਮਾਈਨਸ। ਮਾਈਨਸ ਕਿੰਨਾ ਲਿਖਾਂਗੇ ਅਸੀਂ, ਦਿੱਤਾ ਹੋਇਆ ਵੋਲਟੇਜ ਡ੍ਰੌਪ। ਤੀਜਾ ਰਾਜੇ ਪਲੱਸ ਮਾਈਨਸ ਕਿੰਨਾ ਦਿੱਤਾ ਹੋਏਗਾ, ਮਾਈਨਸ VA। ਉਸ ਤੋਂ ਬਾਅਦ ਮਾਈਨਸ ਤੋਂ ਜਾਣਾ ਪਲੱਸ, ਪਲੱਸ 36 ਇਜ਼ ਇਕਲ ਟੂ 0। ਇਹਨੂੰ ਕਰ ਲਓ ਸੋਲਵ। ਮਾਈਨਸ 15 I1 ਮਾਈਨਸ ਮਾਈਨਸ 3VA ਪਲੱਸ 36 ਇਜ਼ ਇਕਲ ਟੂ 0। ਹੁਣ ਦੇਖੋ ਆਹ ਸਾਡੇ ਕੋਲ ਇੱਕ ਇਕੁਏਸ਼ਨ ਬਣ ਗਈ ਰਾਜੇ, ਸਾਡੇ ਕੋਲ ਇਕੁਏਸ਼ਨ ਬਣ ਗਈ। ਸਾਰਿਆਂ ਨੂੰ ਆਪਾਂ ਜੋੜ ਕਰ ਦਈਏ ਯਾਰ, ਪਲੱਸ ਸਾਈਨ ਚੇਂਜ ਕਰ ਦਿੰਦੇ ਆ, ਦੇਖਣ ਨੂੰ ਵਧੀਆ ਨਹੀਂ ਲੱਗ ਰਹੇ ਹੈਗੇ। 15 I1 ਸਾਰੀ ਇਕੁਏਸ਼ਨ ਦੇ ਨਾਲ ਛੇੜਛਾੜ ਤਾਂ ਆਪਾਂ ਕਰ ਸਕਦੇ, ਉਹਨਾਂ ਨਾਲ ਕੋਈ ਦਿੱਕਤ ਤਾਂ ਹੈ ਨਹੀਂ ਗੀ। ਆਹ ਜਦੋਂ ਇੱਧਰ ਕਰਾਂਗੇ ਆਪਾਂ, ਪਲੱਸ ਵਾਲਾ ਮਾਈਨਸ ਹੋ ਜਾਊਗਾ, ਜੇ ਉਹਨੂੰ ਉੱਧਰ ਲੈ ਜਾਈਏ ਫਿਰ ਪਲੱਸ ਹੋ ਜਾਊਗਾ। ਆਹ ਇਕੁਏਸ਼ਨ ਸਹੀ ਹੈ ਕਿ ਗਲਤ ਹੈ, ਇੰਨੀ ਗੱਲ ਦੱਸੋ ਜੀ। ਠੀਕ ਹੈ ਜੀ। ਠੀਕ ਹੈ ਜੀ। ਹੁਣ ਦੂਜੀ ਗੱਲ ਦੇਖੋ ਰਾਜੇ, ਹੋਰ ਦੇਖਦੇ ਹਾਂ। ਹੁਣ ਆਪਾਂ ਇੱਥੇ ਵੈਲਿਊ ਕੱਢਦੇ ਹਾਂ I1 ਦੀ। I1 ਦੀ ਵੈਲਿਊ ਕਿੰਨੀ ਆਊਗੀ ਪਤਾ, I1 ਦੀ, ਇਹਨੂੰ ਆਪਾਂ ਉੱਧਰ ਲੈ ਜਾਂਦੇ ਹਾਂ। I1 ਦੀ ਜਿਹੜੀ ਵੈਲਿਊ ਆਊਗੀ 36, ਆਹ ਪਲੱਸ ਦਾ ਹੁੰਦਾ ਕਿ ਮਾਈਨਸ 3VA ਡਿਵਾਈਡ ਬਾਈ ਕਿੰਨਾ, 15। ਇਹਨੂੰ ਸੋਲਵ ਹੋਰ ਕਰ ਸਕਦੇ, ਇਹਦੇ ਵਿੱਚ 3 ਕਾਮਨ ਨਿਕਲ ਸਕਦਾ ਰਾਜੇ, ਦੋਨੇ ਉੱਪਰਲੇ ਵੀ ਹੇਠਾਂ ਵੀ। ਇਹ 'ਚ 3 ਕਾਮਨ ਕੱਢਾਂਗੇ, ਕਿੰਨਾ ਰਹਿ ਜਾਊਗਾ, 12 ਤੀਆ 36 ਮਾਈਨਸ VA, ਹੇਠਲੇ ਪਾਸੇ 5। ਤਾਂ ਉੱਪਰਲੇ ਪਾਸੇ ਵੀ 3 ਕਾਮਨ ਆ, ਹੇਠਲੇ ਪਾਸੇ ਵੀ 3 ਕਾਮਨ ਆ। ਸਾਡੇ ਕੋਲ ਕੀ ਹੋਇਆ, 3 ਕੱਟ ਗਿਆ ਨਾ। ਇਹ ਤਾਂ ਨਹੀਂ ਦੱਸਣ ਦੀ ਲੋੜ ਹੁਣ ਕਿਵੇਂ ਕੱਟ ਗਿਆ, ਕੀ ਆ ਗਿਆ, 3 ਆ ਗਿਆ। ਤਾਂ ਸਾਡੇ ਕੋਲ ਕਾਹਦੀ ਵੈਲਿਊ ਆ ਗਈ ਰਾਜੀ, ਸਾਡੇ ਕੋਲ I1 ਦੀ ਵੈਲਿਊ ਆ ਗਈ। ਇੰਨੀ ਗੱਲ ਪਤਾ ਲੱਗ ਗਈ। ਹੁਣ ਆ ਜਾਓ ਇੱਥੇ, ਇਹਨੂੰ ਦੇਖੋ, ਇੱਥੇ ਨੂੰ ਇਹਨੂੰ ਦੇਖੋ, ਇਹਦੇ ਕ੍ਰਾਸ ਵੋਲਟੇਜ ਕਿੰਨੀ ਹੈਗੀ, VA। ਆਹ ਵੋਲਟੇਜ ਵਾਸਤੇ ਅਸੀਂ ਲਿਖ ਸਕਦੇ VA ਹੈਗੀ ਜਿਹੜੀ ਸਾਡੀ, ਉਹ ਕਿੰਨੀ ਹੈਗੀ, VA ਦੀ ਵੈਲਿਊ ਕਿੰਨੀ ਹੈ ਰਾਜੇ, ਜਿੰਨੀ ਇੱਥੇ ਰੈਜ਼ਿਸਟੈਂਸ ਆ ਗਈ 7 ਗੁਣਾ ਜਿੰਨਾ ਇੱਥੇ ਕਰੰਟ I1। ਆਹ ਗੱਲ ਲਿਖ ਸਕਦੇ ਹਾਂਗੇ ਆਪਾਂ, ਦੱਸੋ ਮੈਨੂੰ। ਲਿਖੀ ਜਾ ਸਕਦੀ ਹੈਗੀ।
ਤਾਂ ਆਪਾਂ ਇੱਥੋਂ ਰਾਜੇ ਵੈਲਿਊ ਕੱਢ ਲਓ, ਆਪਾਂ ਇੱਥੋਂ ਵੈਲਿਊ ਕੱਢ ਲਓ VA ਦੀ। VA ਦੀ ਵੈਲਿਊ ਕਿੰਨੀ ਹੈ 7I1 ਆ ਰਾਜੇ, ਸਹੀ ਹੈ ਨਾ ਇਹ ਗੱਲ। VA ਦੀ ਵੈਲਿਊ ਕਿੰਨੀ ਹੈ 7 × I1 ਆ ਗਈ। ਤਾਂ ਰਾਜੇ ਭਰ ਦੋ VA ਦੀ ਵੈਲਿਊ ਇੱਥੇ, ਇੱਥੇ ਭਰ ਦੋ, ਇਹਨੂੰ ਚੱਕ ਕੇ ਇਹਦੇ ਵਿੱਚ ਭਰ ਦੋ, 7I1 ਭਰ ਦੋ ਵਿੱਚ ਵੀ I1 = 12 - 7I1 / 5, 5 ਉੱਧਰ ਲੈ ਜਾਓ। 5I1 = 12 - 7I1। ਲਓ ਜੀ, ਮਾਈਨਸ ਵਾਲਾ ਉੱਧਰ ਜਾ ਕੇ ਪਲੱਸ ਹੋ ਜੂ। 5I1 + 7I1 = 12। 5 ਤੇ 7 ਕਿੰਨੇ ਹੁੰਦੇ ਆ 10 12। I1 = 12। I1 ਦੀ ਵੈਲਿਊ ਕਿੰਨੀ ਹੈਗੀ 12/12, ਕਿੰਨਾ ਆ ਗਿਆ 1 ਐਂਪੀਅਰ ਆ ਗਿਆ। ਤਾਂ 1 ਐਂਪੀਅਰ ਆ ਗਿਆ ਸਾਡੇ ਕੋਲੇ। 1 ਐਂਪੀਅਰ ਦੇ ਹਿਸਾਬ ਨਾਲ ਸਾਡੇ ਕੋਲੇ ਦੇਖੋ ਰਾਜੇ 1 ਐਂਪੀਅਰ ਆ ਗਿਆ ਹਨਾ। ਤੁਹਾਡੇ ਕੋਲ ਇੱਥੇ ਕਰੰਟ ਕਿੰਨਾ ਗਾ ਵਿੱਚ 1 ਐਂਪੀਅਰ ਆ, ਦੇਖ ਲਓ ਇਹਦੇ ਹਿਸਾਬ ਨਾਲ ਠੀਕ ਹੁੰਦਾ ਹੈਗਾ। ਇੱਥੇ ਕਰੰਟ 1 ਐਂਪੀਅਰ ਹੈਗਾ। ਉਹਨੂੰ ਕ੍ਰਾਸ ਚੈੱਕ ਕਰਨਾ ਚਾਹੁੰਦੇ ਹੋਗੇ ਤੁਸੀਂ, ਲੋੜ ਹੈਗੀ ਕ੍ਰਾਸ ਚੈੱਕ ਕਰਨ ਦੀ? ਆਂਸਰ ਤਾਂ ਸਹੀ ਹੋ ਆਇਆ ਹੋਊਗਾ। ਹੁਣ ਆਪਾਂ ਦੇਖ ਲੈਂਦੇ ਹਾਂ ਕੀ ਕਹਿ ਰਿਹਾ ਹੈਗਾ ਉਹ 132 ਨੰਬਰ ਕੁਐਸਚਨ ਦਾ। ਇਹ ਕਹਿ ਰਿਹਾ ਹੈਗਾ ਕੀ ਦੱਸਣਾ ਸੀਗਾ, ਕੰਟਰੋਲਡ ਸੋਰਸ ਦੇ ਕ੍ਰਾਸ ਵਾਟ ਇਹ ਦੱਸਣੀ ਸੀਗੀ। VA ਦੀ ਵੈਲਿਊ ਕਿੰਨੀ ਆਈ ਸੀਗੀ ਰੇ ਸਾਡੀ? VA ਦੀ ਵੈਲਿਊ ਆਈ ਸੀ ਉਹਨੇ ਇੱਥੇ ਰਾਜੇ ਪੁੱਛੀ ਹੋਈ ਆ, ਇੱਥੇ ਆ VA ਜਿਹੜਾ ਕੰਟਰੋਲਡ ਸੋਰਸ ਨਾ, ਇੱਥੇ ਕਹਿੰਦਾ ਪਾਵਰ ਕਿੰਨੀ ਆ ਪੁੱਛੀ ਹੋਈ ਆ ਰਾਜੇ ਉਹਨੇ। VA ਦੀ ਵੈਲਿਊ ਸਾਡੀ ਇੱਥੇ ਭਰ ਕੇ ਪਤਾ ਕਰਨੀ ਪਊਗੀ ਹਨਾ, ਇੱਥੇ ਭਰ ਕੇ ਪਤਾ ਕਰਨੀ ਪਊ ਹਨਾ। I1 ਦੀ ਵੈਲਿਊ ਭਰ ਕੇ, ਕਿ ਪਤਾ ਸੀ VA ਦੀ ਵੈਲਿਊ ਨਹੀਂ ਸਰ 7 ਦੇ 7 ਦੇ ਨਾਲ ਭਰ ਲਾਂਗੇ ਜੀ ਆਪਾਂ। 7 ਤੇ ਆ ਗਈ ਰਾਜੇ। I1 ਤਾਂ I1 ਆ ਨਾ ਸਾਡਾ, ਤਾਂ VA ਦੀ ਵੈਲਿਊ ਤਾਂ 7 ਤੇ ਆ ਗਈ ਨਾ। I1 ਦੀ ਵੈਲਿਊ ਤਾਂ 1 ਆਈ ਆ ਨਾ ਸਾਡੀ, ਆ ਦੇਖਿਓ। ਤਾਂ VA ਦੀ ਵੈਲਿਊ ਤਾਂ 7 ਤੇ ਆਈ ਆ ਨਾ ਸਾਡੀ, ਸਹੀ ਹੈ ਗੱਲ ਤਾਂ? ਠੀਕ ਹੈ ਸਰ, ਠੀਕ ਹੈ ਜੀ। ਤਾਂ VA ਦੀ ਵੈਲਿਊ ਆਈ ਹੈ 7। ਤਾਂ ਇਹਦੇ ਕ੍ਰਾਸ ਵੋਲਟੇਜ ਹੈ ਕਿੰਨੀ ਹੈ ਰਾਜੇ ਸਾਡੀ ਇੱਥੇ? 2VA ਜੀ, 2VA ਮਤਲਬ 7 ਨੂੰ ਗੁਣਾ ਕਰਾਂਗੇ ਨਾਲ 2 ਨਾਲ 14। ਕਰੰਟ ਕਿੰਨਾ ਇੱਥੇ 1 ਐਂਪੀਅਰ। ਤਾਂ ਵੋਲਟੇਜ ਗੁਣਾ ਕਰੰਟ ਕਰਿਆ ਸਾਡੇ ਕੋਲ ਕਿੰਨਾ ਆ ਗਿਆ 14 ਵਾਟ ਆ ਗਿਆ। ਇਹ ਆਂਸਰ ਸਹੀ ਹੈ ਰਾਜੇ, ਬੁੱਕ ਦੇ ਵਿੱਚ ਚੈੱਕ ਕਰ ਲਿਓ। UPSC 'ਚ ਕੁਐਸਚਨ ਆਇਆ ਹੋਇਆ ਹੈ 2013 'ਚ। ਬਸ ਆਹ ਜਿਹੜੀਆਂ ਆਹ ਕੈਲਕੂਲੇਸ਼ਨਾਂ ਹੀ ਨਹੀਂ ਹੈਗੀਆਂ ਵੀ ਆਹ ਪੁੱਟ ਕਰ ਲਓ, ਇਹਦੇ ਵਿੱਚ ਭਰ ਦੋ, ਇਹੋ ਜਿਹਾ ਕੁਛ ਕਰਨਾ ਪੈਂਦਾ ਹੁੰਦਾ ਰਾਜੇ, ਇਹਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਹੈਗਾ ਸਰ ਇਹਦੇ ਨਾਲੋਂ ਰੈਜ਼ਿਸਟੈਂਸ ਵਾਲਾ ਮੈਥਡ ਜ਼ਿਆਦਾ ਈਜ਼ੀ ਨਹੀਂ ਹੈ ਜੀ ਜਿਹੜਾ ਕਈ ਵਾਰੀ ਰਾਜੇ ਉਹ ਸਾਰੇ ਕਿਤੇ ਲੱਗਣਾ ਨਹੀਂ ਹੈਗਾ। ਮੈਂ ਤਾਂ ਨਹੀਂ ਉਹ ਕਰਵਾਇਆ ਸੀ, ਮੈਂ ਕਹਿੰਦਾ ਸੀ ਵੀ ਇਹਦੇ ਨਾਲ ਵੀ ਆਹ ਚਾਨਣਾ ਪਾ ਦਾਂ ਤੁਹਾਨੂੰ ਮਾੜਾ ਜਿਹਾ। ਜੇ ਮੈਂ ਕੱਲਾ ਰੈਜ਼ਿਸਟੈਂਸ ਨਾਲ ਕਰਵਾਉਂਦਾ ਤੁਸੀਂ ਕਹਿਣਾ ਸੀ ਬਸ ਔਖੀ ਜੀ ਚੀਜ਼ ਹੈਗੀ, ਪਤਾ ਨਹੀਂ ਕਿਉਂ ਛੜਾਈ ਜਾਂਦੇ ਹੈਗੇ। ਮੈਂ ਤੁਹਾਨੂੰ ਆਹ ਥੋੜਾ ਦਿਖਾਉਣਾ ਵੀ ਚਾਹੁੰਦਾ ਸੀਗਾ ਵੀ ਅਸਲ ਦੇ ਵਿੱਚ ਤਰੀਕਾ ਤਾਂ ਆਹ ਹੁੰਦਾ, ਉਹ ਤਾਂ ਅਸੀਂ ਤੁੱਕਾ ਮਾਰ ਰਹੇ ਹਾਂਗੇ। ਰੈਜ਼ਿਸਟੈਂਸ ਵਾਲਾ ਕਰਕੇ ਦੇਖ ਲੈਂਦੇ ਹਾਂ। ਲਓ ਰੈਜ਼ਿਸਟੈਂਸ ਵਾਲਾ ਕਿਹੜਾ ਆਪਾਂ ਕਿਹੜਾ ਦੂਰ ਕੁਝ ਮੰਗਣ ਜਾਣਾ। 15 ਆ ਗਿਆ ਇੱਥੇ, ਇੱਥੇ ਰੈਜ਼ਿਸਟੈਂਸ ਜੀ 7 ਹੈ, ਇੱਥੇ ਰੈਜ਼ਿਸਟੈਂਸ ਕਿੰਨੀ ਹੈਗੀ 14, ਇੱਥੇ ਰੈਜ਼ਿਸਟੈਂਸ ਕਿੰਨੀ ਹੈ 7, ਇੱਥੇ ਹੈਗੀ ਹੈ 36। 15 ਤੇ 14 ਕਿੰਨਾ ਹੁੰਦਾ ਰਹੇ? 14 ਤੇ 15 36। ਤਾਂ ਕਰੰਟ ਦੀ ਵੈਲਿਊ ਕਿੰਨੀ ਆ ਗਈ? ਆਈ ਕਿੰਨਾ ਆ ਗਿਆ 36 / 36 ਬਣ ਗਈ ਗੱਲ। 1 ਐਂਪੀਅਰ ਆ ਗਿਆ। ਇਹੀ ਤਾਂ ਅਸੀਂ ਕੱਢਿਆ ਸੀਗਾ। ਹੁਣ ਆ ਬਣੀ ਪਈ ਹੈਗੀ ਵੋਲਟੇਜ ਇੱਥੇ ਬਣੀ ਪਈ ਆ, 14 ਨੂੰ ਗੁਣਾ ਕਰ ਲਓ 1 ਨਾਲ, 14 ਵਾਟ ਆ ਗਿਆ। ਆ ਵੋਲਟੇਜ ਤਾਂ 14 ਬਣੀ ਪਈ ਆ ਨਾ ਸਾਡੀ। ਵੋਲਟੇਜ 14 ਕਿਉਂ ਬਣਿਆ? ਕਿਉਂਕਿ ਕਰੰਟ ਇਹਦੇ ਵਿੱਚ 1 ਐਂਪੀਅਰ ਜਾ ਰਿਹਾ ਹੈਗਾ, ਰੈਜ਼ਿਸਟੈਂਸ ਇੱਥੇ ਕਿੰਨੀ ਹੈ 14 ਵੀ। ਤਾਂ 14 ਨੂੰ 1 ਨਾਲ ਗੁਣਾ ਕੀਤਾ ਤੇ ਵੋਲਟੇਜ ਕਿੰਨੀ ਬਣ ਗਈ 14 ਬਣ ਗਈ। ਹੁਣ ਇਹ 14 ਨੂੰ ਕਰੰਟ ਨਾਲ ਗੁਣਾ ਕੀਤਾ ਸਾਡੇ ਕੋਲ ਕਿੰਨੀ ਆ ਗਈ 14 ਵਾਟ ਆ ਗਿਆ ਜੀ। ਇਹ ਵੀ ਹੋ ਸਕਦਾ ਜੀ। ਕਈ ਵਾਰੀ ਰਾਜੇ ਏਦਾਂ ਹੁੰਦਾ ਨਹੀਂ ਹੈਗਾ ਵੀ ਆਪਦੇ ਕੋਲ ਰੈਜ਼ਿਸਟੈਂਸ ਆਪਾਂ ਮੰਨ ਨਹੀਂ ਸਕਦੇ। ਸਰ ਜੇ ਆਪਾਂ ਇਹਨੂੰ B² ਨਾਲ ਕਰਾਂਗੇ ਤਾਂ ਵੈਲਿਊ ਚੇਂਜ ਨਹੀਂ ਹੋਊਗੀ ਨਾ? ਨਾ ਜਮੀ ਨਹੀਂ ਹੁੰਦੀ ਹੈਗੀ ਬੱਚੇ। ਫਿਰ ਕੀ ਫਾਇਦਾ ਹੋਇਆ ਫਾਰਮੂਲਿਆਂ ਦਾ? ਇਹਦਾ 14 × 14 ਜੀ, 14 × 14 / 14 ਨਹੀਂ। ਹਾਂਜੀ ਸਰ, ਰੈਜ਼ਿਸਟੈਂਸ ਠੀਕ ਹੈ। ਫਿਰ ਕੀ ਫਾਇਦਾ ਹੋਇਆ ਜੀ? ਫਾਰਮੂਲੇ ਨੇ ਵੈਲਿਊ ਗਲਤ ਕਰਤੀ। ਫਾਰਮੂਲਾ ਨਹੀਂ ਗਲਤ ਹੋ ਸਕਦਾ, ਅਸੀਂ ਗਲਤ ਹੋ ਸਕਦੇ ਹਾਂ। ਲਓ ਜੀ, ਲਾਸਟ ਜੀ ਬੱਲਬ ਵਾਲੇ ਕੁਐਸਚਨਾਂ ਦੇ ਵਿੱਚ ਸਭ ਨੇ ਕਰ ਲਈ ਰਾਜੇ? ਬੱਲਬ ਵਾਲੀ ਵੀਡੀਓ ਦੇਖ ਲਈ ਸਾਰਿਆਂ ਨੇ? ਹਾਂਜੀ ਸਰ। ਬਲਬ ਦੇ ਵਿੱਚ ਤਾਂ ਆਪਾਂ ਕੀ ਪ੍ਰੋਬਲਮ ਕੀ ਹੈ ਪਤਾ ਕੀ ਹੈ ਰਾਜੇ? ਬਲਬ ਦੀ ਇੱਕ ਗੱਲ ਯਾਦ ਰੱਖਿਓ ਬਸ, ਮੇਨ ਤਾਂ ਵੀ ਬਲਬ ਦੀ ਨਾ ਇੱਕ ਕੋਈ ਨਾ ਕੋਈ ਰੇਟਿੰਗ ਹੁੰਦੀ ਹੈਗੀ।
ਬਲਬ ਦੇ ਉੱਪਰ ਜੇ ਮੰਨ ਲਓ ਲਿਖਿਆ ਹੋਇਆ ਵੀ 230 ਵੋਲਟ ਦਾ ਬਲਬ ਆ ਤੇ 100 ਵਾਟ ਤੇ ਚੱਲਦਾ, ਇਹਦਾ ਮਤਲਬ ਸਿਰਫ ਇਹੀ ਆ ਵੀ ਜੇ ਇਹਨੂੰ ਇੰਨੀ ਵੋਲਟੇਜ ਦਿਓਗੇ ਤਾਂ ਉਹ ਇੰਨੀ ਪਾਵਰ ਪੈਦਾ ਕਰੂ, ਇੰਨੀ ਲਾਈਟ ਤਾਂ ਪੈਦਾ ਕਰੂ। ਜੇ ਇਸ ਵੋਲਟੇਜ ਤੋਂ ਵੱਧ ਮਿਲ ਜੂਗੀ ਤਾਂ ਇਹ ਬਲਬ ਮੱਚ ਜਾਏਗਾ। ਜੇ ਇਸ ਵੋਲਟੇਜ ਤੋਂ ਘੱਟ ਮਿਲ ਜੇਗੀ ਰਾਜੇ, 220 ਮਿਲ ਜੇਗੀ ਜਾਂ 200 ਮਿਲ ਜੇਗੀ, ਫਿਰ ਇਹ ਇੰਨੀ ਵਾਟ ਨਹੀਂ ਪੈਦਾ ਕਰਨੀ, ਇਦੋਂ ਵਾਟ ਹੀ ਘੱਟ ਪੈਦਾ ਹੋਊ। ਠੀਕ ਹੈ, ਇਹ ਸਿਰਫ ਇੰਨੀ ਗੱਲ ਹੁੰਦੀ ਹੈਗੀ। ਕੀ ਗੱਲ ਹੁੰਦੀ ਹੈਗੀ, ਮੰਨ ਲਓ ਕਿਸੇ ਬਲਬ ਦੇ ਉੱਪਰ ਲਿਖਿਆ 200 ਵੋਲਟ ਤੇ ਵਾਟੇਜ ਲਿਖੀ ਹੋਈ ਹੈਗੀ, ਉਹਦੇ ਉੱਪਰ ਵਾਟੇਜ ਲਿਖੀ ਹੋਈ ਹੈ 100 ਵਾਟ। ਉਹਦੇ ਕਹਿਣ ਦਾ ਸਿਰਫ ਮਤਲਬ ਇਹ ਹੈ ਵੀ ਜੇ 200 ਵਾਟ ਵੋਲਟ ਦੇਵੋਗੇ ਤੁਸੀਂ ਤਾਂ ਇਹ 100 ਵਾਟ ਪੈਦਾ ਕਰੂਗਾ। ਜੇ ਤੁਸੀਂ 100 ਵੋਲਟ ਦੇਤਾ ਫਿਰ ਇਹਨੇ ਕਿੰਨਾ ਪੈਦਾ ਕਰਨਾ ਹੈਗਾ। ਪਾਵਰ ਦਾ ਫਾਰਮੂਲਾ ਹੁੰਦਾ V² ਡਿਵਾਈਡ ਬਾਈ R। ਰੈਜ਼ਿਸਟੈਂਸ ਅਸੀਂ ਕਾਂਸਟੈਂਟ ਮੰਨਦੇ ਆ, ਬਲਬ ਦੀ ਰੈਜ਼ਿਸਟੈਂਸ ਥੋੜ੍ਹਾ ਚੇਂਜ ਹੁੰਦੀ ਹੈਗੀ ਵੀ ρ L ਪਾਉਣ ਇਹ ਥੋੜ੍ਹਾ ਚੇਂਜ ਹੁੰਦੀ ਹੈ ਲੈਂਥ ਦੇ ਇਹਦੇ ਨਾਲ, ਵੋਲਟੇਜ ਦੇ ਵਧਾਉਣ ਘਟਾਉਣ ਨਾਲ। ਮੇਨ ਕੀ ਚੇਂਜ ਹੁੰਦਾ ਸਾਡੇ ਵੋਲਟੇਜ ਜਦੋਂ ਵੀ ਵਧੂ ਘਟੂਗੀ ਰਾਜੇ V² ਹੁੰਦਾ ਹੈਗਾ ਤੇ V² ਡਿਵਾਈਡ ਬਾਈ R। ਇਹਦਾ ਮਤਲਬ ਜੇ ਵੋਲਟੇਜ ਸਾਡੀ ਅੱਧੀ ਹੋ ਰਹੀ ਆ ਤਾਂ ਟੋਟਲ ਸਾਡੇ ਕੋਲੇ ਜਿਹੜੀ ਰਾਜੇ ਪਾਵਰ ਹੈਗੀ ਉਹ V ਦਾ ਸਕੁਅਰ ਵੀ ਹੋ ਗਿਆ ਤੇ ਹੇਠਲੇ ਪਾਸੇ 4 ਹੋ ਗਿਆ। ਤਾਂ ਪਾਵਰ ਸਾਡੀ 1/4 ਹਿੱਸਾ ਰਹਿ ਜਾਂਦੀ ਹੈ। ਕਦੋਂ? ਜਦੋਂ ਵੋਲਟੇਜ ਸਾਡੀ ਅੱਧੀ ਹੁੰਦੀ ਹੈ। ਜੇ ਵੋਲਟੇਜ ਸਾਡੀ ਰਾਜੇ 1/3 ਹਿੱਸਾ ਹੋ ਜੇ ਤਾਂ ਪਾਵਰ ਸਾਡੀ 1/3 ਹਿੱਸੇ ਹੋ ਜਾਂਦੀ ਹੁੰਦੀ ਹੈ। ਸਿਰਫ 9ਵਾਂ ਹਿੱਸਾ ਰਹਿ ਜਾਂਦਾ ਪਾਵਰ ਦਾ। ਇਹਦਾ ਮਤਲਬ ਜੇ ਸਾਡੇ ਕੋਲੇ ਵੋਲਟੇਜ ਅੱਧੀ ਹੋ ਗਈ ਤਾਂ ਪਾਵਰ ਸਾਡੇ ਕੋਲੇ ਕਿੰਨੀ ਆਊਗੀ? ਸਿਰਫ 25 ਵਾਟ ਆਊ। ਜੇ ਸਾਡੇ ਕੋਲੇ ਵੋਲਟੇਜ 50 ਆ ਗਈ, 50 ਦਾ ਮਤਲਬ ਕਿੰਨਾ ਹਿੱਸਾ ਰਹਿ ਗਿਆ? ਇਹ ਚੌਥਾ ਹਿੱਸਾ। ਤਾਂ ਇਹਦਾ ਕਿੰਨਾ ਹਿੱਸਾ ਰਹਿ ਜਾਊਗਾ? 100/ਚੌਕੀ 16ਵਾਂ ਹਿੱਸਾ। 16ਵਾਂ ਹਿੱਸਾ 6.67 ਵਾਟ ਆਊਗੀ। ਇੰਨੀ ਗੱਲ ਪਤਾ ਲੱਗ ਗਈ ਜੀ। ਕਈ ਵਾਰੀ ਹਿੱਸਿਆਂ ਦਾ ਪਤਾ ਨਹੀਂ ਲੱਗਦਾ। ਕਈ ਵਾਰੀ ਸਾਨੂੰ ਉਹ ਕਹਿੰਦਾ ਵੀ ਮੰਨ ਲਓ ਇੱਕ 220 ਵੋਲਟ ਤੇ ਚੱਲਣ ਵਾਲਾ ਬਲਬ ਸੀਗਾ ਜਿਹੜਾ ਕਿ 400 ਵਾਟ ਪੈਦਾ ਕਰਦਾ ਸੀਗਾ। ਜੇ 180 ਵੋਲਟ ਤੇ ਹੋਊਗਾ ਤਾਂ ਕਿੰਨੀ ਵਾਟ ਪੈਦਾ ਕਰੂਗਾ? ਤਾਂ ਇਹ ਡਾਇਰੈਕਟਲੀ ਹੁੰਦਾ ਗਾ ਵੀ V ਜਦੋਂ 220 ਸੀਗਾ ਉਸ ਵੇਲੇ ਸਾਡੇ ਕੋਲੇ 400 ਵਾਟ ਸੀਗੀ, ਜਦੋਂ 180 ਹੈਗਾ ਉਸ ਵੇਲੇ X ਹੋਊਗੀ। ਇਹਦਾ ਵੋਲਟੇਜ ਦਾ ਸਕੁਅਰ ਹੁੰਦਾ ਗਾ, ਪਾਵਰ ਸਾਹਮਣੇ ਲਿਖ ਲਈ। ਤਾਂ ਇਹ ਸਾਡੇ ਕੋਲ ਸਿੱਧੇ ਨਿਕਲਿਆ 22 × 22 ਡਿਵਾਈਡ ਬਾਈ 18 × 18 ਇਜ਼ ਇਕੁਅਲ ਟੂ 400 ਬਾਈ X। X ਦੀ ਵੈਲਿਊ ਇੱਥੋਂ ਨਿਕਲ ਆਊਗੀ ਸਾਡੀ 400 × 18 × 18 ਡਿਵਾਈਡ ਬਾਈ 22 × 22। ਇੱਥੋਂ ਨਿਕਲੇ ਹੋ ਰਿਹਾ ਆਂਸਰ ਸਾਡਾ। ਕਲੀਅਰ ਹੋ ਗਈ ਬੱਚੇ ਗੱਲ? ਇਹ ਤਾਂ ਸਿੱਧਾ ਡਾਇਰੈਕਟਲੀ ਪ੍ਰੋਪੋਰਸ਼ਨਲ ਨਾਲ ਆਪਾਂ ਆਂਸਰ ਕੱਢ ਸਕਦੇ ਹਾਂ। ਇੱਕ ਗੱਲ ਹੋਰ ਯਾਦ ਰੱਖਣੀ ਹੈਗੀ ਵੀ ਜੇ ਬਾਈ ਚਾਂਸ ਸਾਡੇ ਕੋਲੇ ਦੋ ਬਲਬ ਹੋਣ ਏਦਾਂ ਜਿਨ੍ਹਾਂ ਦੇ ਉੱਪਰ ਲਿਖਿਆ 220 ਵੋਲਟ 100 ਵਾਟ, 220 ਵੋਲਟ 100 ਵਾਟ। ਤਪਨ ਤੁਸੀਂ ਦੱਸਣਾ ਜੀ ਮੈਨੂੰ, ਜੇ ਮੈਂ ਇੱਥੇ 220 ਵੋਲਟ ਲਗਾ ਦਾਂ ਤਾਂ ਟੋਟਲ ਪਾਵਰ ਮੇਰੀ ਕਿੰਨੀ ਹੋਊਗੀ ਸਰਕਟ ਦੇ ਵਿੱਚ? ਦੱਸੋ। ਸਰ ਦੋਨੇ 200 ਬਲਬਾਂ ਵਾਟ। ਦੁਆਰਾ ਪੈਦਾ ਕੀਤੀ ਗਈ ਪਾਵਰ ਹੈ ਜੇ ਕਿੰਨੀ ਹੋਊਗੀ? ਤਪਨ ਨੇ ਦੱਸਣਾ। ਸਰ 200 ਵਾਟ। 200 ਵਾਟ ਕਿਵੇਂ ਰਾਜੇ? ਕੀ ਪਹਿਲਾਂ ਇਹ ਦੱਸੋ ਵੀ ਜਿਹੜੀ ਸੀਰੀ ਇਹਦੇ ਆਪਣਾ ਸੀਰੀ ਦੇ ਵਿੱਚ ਵੋਲਟੇਜ ਬਰਾਬਰ ਰਹਿੰਦੀ ਹੁੰਦੀ ਹੈ ਰੈਜ਼ਿਸਟੈਂਸਾਂ ਦੇ ਕ੍ਰਾਸ? ਨਾ ਜੀ ਸਰ। ਦੋ ਰੈਜ਼ਿਸਟੈਂਸਾਂ ਨੇ ਉਹਨਾਂ ਦੀ ਵੈਲਿਊ ਜਿਹੜੀ ਉਹ ਸੇਮ ਆ ਗਈ। ਤੁਹਾਨੂੰ ਇੱਕ ਬਲਬ ਦੀ ਵੋਲਟੇਜ ਤੇ ਪਾਵਰ ਤੋਂ ਰੈਜ਼ਿਸਟੈਂਸ ਕੱਢਣੀ ਆਉਂਦੀ ਆ? ਹਾਂਜੀ ਸਰ। V²/P। R = V²/P। ਇਹਦਾ ਮਤਲਬ ਕੀ ਹੈਗਾ? ਇਹਦੀ ਵੀ ਜਦੋਂ ਤੁਸੀਂ V²/P ਕਰੋਗੇ, V²/P ਕਰੋਗੇ, ਇਹਦੀ V²/P ਕਰੋਗੇ, ਦੋਨਾਂ ਦੀ ਰੈਜ਼ਿਸਟੈਂਸ ਬਰਾਬਰ ਆਊਗੀ ਨਾ। ਜੇ ਦੋਨਾਂ ਦੀ ਰੈਜ਼ਿਸਟੈਂਸ ਬਰਾਬਰ ਆਈ ਹੈ, ਸੀਰੀਜ਼ ਚ ਕਰੰਟ ਸੇਮ ਹੁੰਦਾ, ਦੋਨਾਂ ਦੇ ਕ੍ਰਾਸ ਵੋਲਟੇਜ ਵੀ ਬਰਾਬਰ ਨਹੀਂ ਆਊਗੀ। ਤਾਂ ਕੀ ਆਊਗੀ? 220 ਵੋਲਟ ਆਊਗੀ। ਸੀਰੀਜ਼ ਵੋਲਟੇਜ ਵੰਡੀ ਜਾਂਦੀ ਹੈ ਬੱਚੇ, ਜਿਹਨੂੰ ਨਹੀਂ ਪਤਾ ਹੈਗਾ ITI ਦੀ ਵੀਡੀਓ ਦੇਖ ਲਓ ਸੀਰੀਜ਼ ਵਾਲੀ। ਇੱਥੇ ਵੀ 110 ਵੋਲਟ ਆਊ, ਇੱਥੇ ਵੀ 110 ਵੋਲਟ ਆਊ, ਕਿਉਂਕਿ ਦੋਨੇ ਰੈਜ਼ਿਸਟੈਂਸਾਂ ਬਰਾਬਰ ਨਹੀਂ ਹੈ ਸਾਡੀਆਂ। ਸੀਰੀਜ਼ ਵੋਲਟੇਜ ਵੰਡੀ ਜਾਂਦੀ ਹੈ। ਜੇ ਵੋਲਟੇਜ ਸਾਡੀ ਇਹਦੇ ਨਾਲੋਂ ਅੱਧ ਰਹਿ ਗਈ ਤਾਂ ਹਰੇਕ ਬਲਬ ਦੇ ਵਿੱਚ ਜਿਹੜੀ ਪਾਵਰ ਆ ਗਈ ਉਹ ਕੀ ਰਹਿ ਜੂ? 1/4 ਹਿੱਸਾ ਰਹਿ ਜੂ। ਮਤਲਬ 100 ਦਾ ਚੌਥਾ ਹਿੱਸਾ, ਮਤਲਬ ਕਿੰਨੀ? 25 ਵਾਟ। ਤਾਂ 25 ਵਾਟ ਇਹਦੀ ਰਹਿ ਗਈ, 25 ਵਾਟ ਇਹਦੀ ਰਹਿ ਗਈ। ਟੋਟਲ ਪਾਵਰ ਸਾਡੀ ਕਿੰਨੀ ਆਈ ਆ? ਸਿਰਫ 50 ਵਾਟ ਆਈ ਹੈ ਜੀ। ਪਤਾ ਲੱਗ ਗਿਆ ਜੀ? ਹਾਂਜੀ ਸਰ। ਜੇ ਹੀ ਬਲਬ ਸਾਡੇ ਪੈਰਲਲ ਦੇ ਵਿੱਚ ਜੁੜੇ ਹੁੰਦੇ ਫਿਰ ਸਾਡੇ ਕੋਲ ਟੋਟਲ ਪਾਵਰ ਕਿੰਨੀ ਆਉਂਦੀ?
200 ਜੀ। ਫਿਰ ਅਜੇ ਤੁਹਾਨੂੰ ਦੋਨਾਂ ਨੂੰ ਵੋਲਟੇਜ ਕਿੰਨੀ ਮਿਲਣੀ ਸੀਗੀ? ਪੂਰੀ ਵੋਲਟੇਜ ਮਿਲਣੀ ਸੀ 220 ਤਾਂ ਫਿਰ ਸਾਡੇ ਕੋਲੇ 100 ਵਾਟ ਤੇ 100 ਵਾਟ ਟੋਟਲ ਆ ਜਾਣਾ ਸੀਗਾ ਸਾਡਾ 200 ਵਾਟ ਆ ਜਾਣਾ ਸੀ। ਕਲੀਅਰ ਹੈ ਜੀ ਗੱਲ ਇਹ? ਚਲ ਇਹ ਸੀਗਾ ਬੱਚੇ। ਜੇ ਕਦੇ ਵੀ ਸੈਲਸ ਜਿਹੜੇ ਹੋਣਗੇ ਜੇ ਸੀਰੀਜ਼ ਦੇ ਵਿੱਚ ਲੱਗੇ ਹੋਣਗੇ, ਠੀਕ ਆ, ਉਸ ਵੇਲੇ ਅਸੀਂ ਕਹਿੰਦੇ ਹੁੰਦੇ ਆ ਵੀ ਇੰਟਰਨਲ ਰੈਜ਼ਿਸਟੈਂਸ ਬਹੁਤ ਜ਼ਿਆਦਾ ਛੋਟੀ ਹੋਵੇ, ਜਾਂ ਫਿਰ ਆਪਾਂ ਕਹਿੰਦੇ ਐਕਸਟਰਨਲ ਰੈਜ਼ਿਸਟੈਂਸ ਜਿਹੜੀ ਸਾਡੀ ਬਹੁਤ ਵੱਡੀ ਹੋਵੇ। ਫਿਰ ਸਾਡੇ ਕੋਲੇ ਮੈਕਸਿਮਮ ਪਾਵਰ ਜਾਂਦੀ ਹੁੰਦੀ ਹੈ, ਮੈਕਸਿਮਮ ਪਾਵਰ ਲੋਡ ਤੱਕ ਪਹੁੰਚਦੀ ਹੁੰਦੀ ਹੈਗੀ। ਕਦੋਂ? ਜੇ ਸਾਡੀ ਇੰਟਰਨਲ ਰੈਜ਼ਿਸਟੈਂਸ ਬਹੁਤ ਥੋੜੀ ਹੋਊ ਤੇ ਐਕਸਟਰਨਲ ਰੈਜ਼ਿਸਟੈਂਸ ਬਹੁਤ ਵੱਡੀ ਹੋਊ, ਜਦੋਂ ਸੈੱਲ ਸੀਰੀਜ਼ ਹੋਣਗੇ। ਜੇ ਸੈੱਲ ਸਾਡੇ ਪੈਰਲਲ ਦੇ ਵਿੱਚ ਆ ਤਾਂ ਇਹਨੂੰ ਪੁੱਠਾ ਕਰ ਦਿਓ। ਇੰਟਰਨਲ ਰੈਜ਼ਿਸਟੈਂਸ ਜਿਹੜੀ ਹੋਣੀ ਚਾਹੀਦੀ ਹੈ ਉਹ ਬਹੁਤ ਵੱਡੀ ਹੋਣੀ ਚਾਹੀਦੀ ਹੈ ਐਜ਼ ਕੰਪੇਅਰ ਟੂ ਐਕਸਟਰਨਲ ਰੈਜ਼ਿਸਟੈਂਸ, ਤਾਂ ਹੀ ਐਕਸਟਰਨਲ ਰੈਜ਼ਿਸਟੈਂਸ ਵੱਲ ਕਰੰਟ ਜਾਊਗਾ। ਉਸ ਵੇਲੇ ਸਾਡੀ ਮੈਕਸਿਮਮ ਪਾਵਰ ਟਰਾਂਸਫਰ ਹੋਊਗੀ। ਤੇ ਜੇ ਸਾਡੇ ਕੋਲ ਕੁਛ ਵੀ ਨਾ ਲਿਖਿਆ ਹੋਣਾ ਸੈੱਲ ਸੀਰੀਜ਼ 'ਚ ਨਾ ਪੈਰਲਲ, ਇਹਦਾ ਮਤਲਬ ਸੈੱਲ ਸੀਰੀਜ਼ 'ਚ ਵੀ ਰੱਖੇ ਹੋਏ ਆ, ਪੈਰਲਲ 'ਚ ਵੀ ਰੱਖੇ ਹੋਏ ਆ। ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੁੰਦੀ ਹੈ ਇੰਟਰਨਲ ਰੈਜ਼ਿਸਟੈਂਸ ਬਰਾਬਰ ਹੋਣੀ ਚਾਹੀਦੀ ਐਕਸਟਰਨਲ ਦੇ। ਇਹ 3 ਕੇਸ ਬਣਦੇ ਹੁੰਦੇ ਆ। ਇੱਥੇ ਉਹਨੇ ਨੇ ਕੁਛ ਨਹੀਂ ਦੱਸਿਆ ਸੀ, ਨਾ ਸੀਰੀਜ਼ ਕਿਹਾ ਸੀ ਨਾ ਪੈਰਲਲ ਕਿਹਾ ਸੀ। ਇਹਦਾ ਮਤਲਬ ਆਹ ਕੇਸ ਲਵਾਂਗੇ ਆਪਾਂ, ਮੈਕਸਿਮਮ ਪਾਵਰ ਟਰਾਂਸਫਰ ਥਿਊਰਮ ਵਾਲਾ ਕੇਸ ਲਵਾਂਗੇ। ਠੀਕ ਹੈ ਸਰ ਜੀ, ਸੀਰੀਜ਼ ਪੈਰਲਲ ਲੈਣਾ ਜੀ। ਬਿਲਕੁਲ ਜੀ ਬਿਲਕੁਲ।